जी की फतेह। ਦੁਨੀਆ ਭਰ ਵਿੱਚ ਹੋਈਆਂ ਬੈਂਕ ਡਕੈਤੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ 5 ਕਰੋੜ 70 ਲੱਖ ਦੀ ਬੈਂਕ ਡਕੈਤੀ ਭਾਈ ਜਿੰਦੇ ਦੀ ਜ਼ੁਬਾਨੀ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਉੱਪਰ ਪਹਿਲੀ ਵਾਰ ਆਏ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਵੋ, ਕਿਉਂਕਿ ਸਾਡੇ ਚੈਨਲ ਉੱਪਰ ਘੱਟ ਸਮੇਂ ਅਤੇ ਸੌਖੀ ਭਾਸ਼ਾ ਵਿੱਚ ਸਿੱਖਾਂ ਦੇ ਇਤਿਹਾਸ ਦੀਆਂ ਸ਼ਾਨਦਾਰ ਵੀਡੀਓ ਮਿਲਦੀਆਂ ਹਨ। ਸਾਡੀ ਅੱਜ ਦੀ ਵੀਡੀਓ ਦਾ ਭਾਗ ਦੂਜਾ ਹੈ। ਇਸ ਤੋਂ ਪਹਿਲਾਂ ਸਾਡੇ ਚੈਨਲ ਉੱਪਰ ਭਾਗ 1 ਵਿੱਚ ਸੁਖੇ ਜਿੰਦੇ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ, ਜਿਹੜੀ ਵੀਡੀਓ ਤੁਸੀਂ ਸਾਡੇ ਚੈਨਲ ਉੱਪਰ ਵੇਖ ਸਕਦੇ ਹੋ। ਅਸੀਂ ਅਗਲੀ ਵੀਡੀਓ ਵਿੱਚ ਸਿਰਫ ਬੈਂਕ ਡਕੈਤੀ ਬਾਰੇ ਸੰਖੇਪ ਵਿੱਚ ਗੱਲ ਕਰਾਂਗੇ। ਹੁਣ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਵੱਡੀ 5 ਕਰੋੜ 70 ਲੱਖ ਦੀ ਬੈਂਕ ਡਕੈਤੀ ਭਾਈ ਜਿੰਦੇ ਦੀ ਜ਼ੁਬਾਨੀ। ਜਥੇਬੰਦੀ ਨੂੰ ਹਥਿਆਰਾਂ ਲਈ ਬਹੁਤ ਪੈਸਾ ਚਾਹੀਦਾ ਸੀ, ਜੋ ਛੋਟੀਆਂ ਬੈਂਕ ਡਕੈਤੀਆਂ ਨਾਲ ਪੂਰਾ ਨਹੀਂ ਹੋ ਸਕਦਾ ਸੀ। ਨਾਲੇ ਇੱਕ ਵੱਡੇ ਐਕਸ਼ਨ ਜਿੰਨੀ ਹੀ ਤਿਆਰੀ ਛੋਟੀ ਬੈਂਕ ਡਕੈਤੀ ਲਈ ਵੀ ਕਰਨੀ ਪੈਂਦੀ ਸੀ। ਇਸ ਲਈ ਅਸੀਂ ਸਲਾਹ ਕੀਤੀ ਕਿ ਕਿਉਂ ਨਾ ਵੱਡੀ ਬੈਂਕ ਡਕੈਤੀ ਕੀਤੀ ਜਾਵੇ। ਆਪਣੇ ਨਾਲ ਕਾਫੀ ਠੀਕ-ਠਾਕ ਸਿੰਘ ਹਨ ਤੇ ਹਥਿਆਰ ਵੀ ਹਨ। ਇਸ ਬਾਰੇ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਬੈਂਕ ਵੇਖਣ ਤੇ ਸਿੰਘਾਂ ਨੂੰ ਸਾਂਭਣ ਦੇ ਡਿਊਟੀ ਮੇਰੀ ਲੱਗੀ। ਚਰਨਜੀਤ ਸਿੰਘ ਤਲਵੰਡੀ ਦੀ ਟਰੱਕਾਂ ਤੇ ਕਾਰਾਂ ਦੀ, ਬਾਪੂ ਮਲਕੀਤ ਸਿੰਘ ਦੀ ਹਥਿਆਰਾਂ ਦੀ। ਇਸ ਤਰ੍ਹਾਂ ਸਾਰੇ ਸਿੰਘਾਂ ਦੀਆਂ ਡਿਊਟੀਆਂ ਲਾ ਦਿੱਤੀਆਂ। ਫਿਰ ਮੈਂ ਇੱਕ ਬੈਂਕ ਲੁਧਿਆਣਾ ਇੰਡਸਟਰੀਅਲ ਏਰੀਏ ਵਿੱਚ ਪਸੰਦ ਕਰ ਲਿਆ। ਖਾਸ ਵੀਰਾਂ ਨੂੰ ਵਿਖਾਇਆ, ਸਾਰਿਆਂ ਨੂੰ ਠੀਕ ਲੱਗਾ ਅਤੇ ਅਸੀਂ ਸਾਰਾ ਹਿਸਾਬ ਅੰਦਰ ਜਾਣ ਲਈ ਬਾਹਰੋਂ ਲਾਇਆ। ਉਸ ਬੈਂਕ ਵਿੱਚ 6 ਗਾਰਡ ਪੁਲਿਸ ਵਾਲੇ ਤੇ 3 ਬੈਂਕ ਗਾਰਡ ਵੱਖਰੇ ਸਨ। ਮੇਨ ਸੜਕ ਤੇ ਬੈਂਕ ਸੀ ਤੇ ਥੋੜੀ ਦੂਰ ਪੁਲਿਸ ਚੌਕੀ ਸੀ। ਇੱਕ ਗਾਰਡ ਦੀ ਜਗ੍ਹਾ ਬੈਂਕ ਅੰਦਰ ਮੋਰਚਾ ਬਣਾ ਕੇ ਬਣਾਈ ਸੀ। ਪੌੜੀ ਲਾ ਕੇ ਚੜ੍ਹਦਾ ਸੀ। ਤਕਰੀਬਨ 300 ਮੁਲਾਜ਼ਮ ਕੰਮ ਕਰਦੇ ਸਨ। ਬੈਂਕ ਤੋਂ 2 ਕਿਲੋਮੀਟਰ ਦੂਰ ਅਸੀਂ ਰਹਿੰਦੇ ਸੀ। ਅਸੀਂ ਰੋਜ਼ ਟਰੈਕ ਸੂਟ ਪਾ ਕੇ ਮੈਂ, ਬਾਵਾ, ਮੰਜੂ ਤੇ ਲਾਭ ਸਿੰਘ ਸਵੇਰੇ 5 ਵਜੇ ਦੌੜਨ, ਜੌਗਿੰਗ ਦੇ ਬਹਾਨੇ ਸਵੇਰ ਸ਼ਾਮ ਵੇਖਦੇ ਸੀ। ਫਿਰ ਤਿਆਰ ਹੋ ਕੇ 8 ਵਜੇ ਤੋਂ 2 ਵਜੇ ਤੱਕ ਵੇਖਦੇ ਸੀ। ਇਸ ਤਰ੍ਹਾਂ ਮਹੀਨਾ ਵੇਖਦੇ ਰਹੇ। ਫਿਰ ਅਸੀਂ ਸੋਚਿਆ ਕਿ ਇਹਨੇ ਗਾਰਡ ਕਾਬੂ ਕਰਨੇ ਬੜੇ ਮੁਸ਼ਕਲ ਹਨ। ਬਹੁਤ ਸਕੀਮਾਂ ਲਾਈਆਂ ਗਈਆਂ। ਫਿਰ ਅਸੀਂ ਸੋਚਿਆ ਕਿ ਇਹ ਕੰਮ ਪੁਲਿਸ ਦੀਆਂ ਵਰਦੀਆਂ ਵਿੱਚ ਕੀਤਾ ਜਾਵੇ। ਬੈਂਕ ਦੇ ਬਾਰੇ ਸਾਨੂੰ ਜਾਣਕਾਰੀ ਸੀ ਕਿ ਉੱਥੇ 15 ਤੋਂ 20 ਕਰੋੜ ਰੁਪਇਆ ਹੁੰਦਾ ਹੈ। ਫਿਰ ਅਸੀਂ ਧੰਨਾ ਸਿੰਘ ਹੌਲਦਾਰ ਨੂੰ ਵਰਦੀਆਂ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ। ਚਰਨਜੀਤ ਸਿੰਘ ਵੀਰ ਨੇ ਮੈਨੂੰ ਲੁਧਿਆਣੇ ਛੋਟਾ ਟਰੱਕ ਤੇ ਮਰੂਤੀ ਵੈਨ ਖੋਹ ਕੇ ਲਿਆ ਦਿੱਤੀ। ਟਰੱਕ ਨੂੰ ਮੈਂ ਤੇ ਬਾਵੇ ਨੇ ਨੀਲਾ ਰੰਗ ਕਰਾਇਆ, ਕਿਉਂਕਿ ਅਖਬਾਰਾਂ ਵਿੱਚ ਟਰੱਕ ਬਾਰੇ ਬਹੁਤ ਆ ਚੁੱਕਾ ਸੀ। ਫਿਰ ਮੈਂ ਬੈਂਕ ਦੇ ਨੇੜੇ ਹੀ ਆਪਣੇ ਵਾਕਫ ਕੋਲ ਆਪਣੀ ਖਰੀਦੀ ਹੋਈ ਮਰੂਤੀ ਵੈਨ ਖੜੀ ਕਰ ਦਿੱਤੀ ਤਾਂ ਕਿ ਲੋੜ ਪੈਣ ਤੇ ਉੱਥੋਂ ਲੈ ਸਕੀਏ। ਉਸ ਨੂੰ ਅਸੀਂ ਕਿਹਾ ਸੀ ਕਿ ਮੁਸੀਬਤ ਵੇਲੇ ਕਾਰ ਲੈ ਕੇ ਬਾਹਰ ਨਿਕਲੀਂ, ਅਸੀਂ ਤੇਰੇ ਤੋਂ ਬਹਾਨੇ ਨਾਲ ਖੋਹ ਲਵਾਂਗੇ। ਫਿਰ ਮੈਂ, ਲਾਭ ਸਿੰਘ, ਬਿੱਟੂ, ਚਰਨਜੀਤ ਆਦਿ ਵੀਰਾਂ ਨੇ ਬੈਂਕ ਲਈ ਚੰਗੇ ਸਿੰਘ ਸਿਲੈਕਟ ਕੀਤੇ। ਅਸੀਂ ਬੈਂਕ ਲਈ ਉਹ ਸਿੰਘ ਸਿਲੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜੋ ਕਦੇ ਇਹ ਨਾ ਮਾਣ ਕਰਨ ਕਿ ਮੈਂ ਬੈਂਕ ਡਕੈਤੀ ਕੀਤੀ। ਅਸੀਂ ਸਾਰਿਆਂ ਸਿੰਘਾਂ ਨੂੰ ਜਿਨ੍ਹਾਂ ਨੇ ਬੈਂਕ ਡਕੈਤੀ ਕਰਨੀ ਸੀ, ਲੁਧਿਆਣੇ ਸੱਦਿਆ। ਬੈਂਕ ਵਾਲੇ ਸਿੰਘਾਂ ਤੋਂ ਬਿਨਾਂ ਇਸ ਬਾਰੇ ਕਿਸੇ ਨੂੰ ਨਾ ਦੱਸਿਆ ਗਿਆ। ਬੈਂਕ ਕਰਨ ਤੋਂ ਇੱਕ ਦਿਨ ਪਹਿਲਾਂ ਮੈਂ, ਲਾਭ ਸਿੰਘ, ਮਥੁਰਾ ਸਿੰਘ, ਗੁਰਸ਼ਰਨ ਸਿੰਘ ਗਾਮਾ ਭਲਵਾਨ, ਮਨਜੀਤ ਸਿੰਘ ਮੰਜੂ ਤੇ ਬਾਵਾ ਲੁਧਿਆਣੇ ਬੈਂਕ ਦੇ ਨੇੜੇ ਕਿਰਾਏ ਦੇ ਮਕਾਨ ਵਿੱਚ ਇਕੱਠੇ ਰਾਤ ਰਹੇ। ਦਲਜੀਤ ਸਿੰਘ ਬਿੱਟੂ ਵੀ ਲੁਧਿਆਣੇ ਕਿਸੇ ਠਾਹਰ ਤੇ ਠਹਿਰਿਆ ਸੀ। ਅਜਮੇਰ ਸਿੰਘ ਪ੍ਰਧਾਨ ਕੋਲ ਤੇ ਹਿੰਦੂ ਬਲਬੀਰ ਸਿੰਘ ਫੌਜੀ ਦੇ ਕੋਲ ਸੀ। ਕੁਝ ਵੈਸੇ ਹੀ ਲੁਧਿਆਣੇ ਹੀ ਰਹਿੰਦੇ ਸਨ। ਬਾਕੀ ਸਿੰਘਾਂ ਨਾਲ ਕਿਸੇ ਜਗ੍ਹਾ ਸਵੇਰ ਦਾ ਸਮਾਂ ਰੱਖ ਦਿੱਤਾ ਸੀ। ਵੱਡੇ ਟਰੱਕ ਤੇ ਤਰਪਾਲ ਪਾ ਕੇ ਪੁਲਿਸ ਦੀਆਂ ਵਰਦੀਆਂ ਪਾ ਲਈਆਂ ਤੇ ਫਿਰ ਕਾਰ ਬੈਂਕ ਕਰਨ ਲਈ ਤਿਆਰੀ ਕੀਤੀ। ਬੈਂਕ ਕਰਨ ਤੋਂ ਪਹਿਲਾਂ ਟਰੱਕ ਵਿੱਚ ਅਰਦਾਸ ਕਰਕੇ ਕੜਾਹ ਪ੍ਰਸਾਦੇ ਵੰਡਿਆ ਗਿਆ। ਧੰਨਾ ਸਿੰਘ ਉਰਫ ਜਸਪਾਲ ਸਿੰਘ ਹੌਲਦਾਰ ਨੇ ਇੰਸਪੈਕਟਰ ਦੀ ਵਰਦੀ ਪਾਈ। ਬਾਪੂ ਮਲਕੀਤ ਸਿੰਘ ਭਲਵਾਨ, ਗੁਰਦੇਵ ਸਿੰਘ ਸੱਤਿਆਵਾਲੀ ਨੇ ਹੌਲਦਾਰਾਂ ਦੀ ਵਰਦੀ ਪਾਈ। ਰਾਜਵਿੰਦਰ ਸਿੰਘ ਰਾਜੀ ਨੇ ਸਿਪਾਹੀ ਦੀ ਵਰਦੀ ਪਾਈ। ਭਲਵਾਨ ਨੇ ਸਟੇਨਗਨ ਫੜੀ ਸੀ। ਬਾਪੂ ਤੇ ਗੁਰਦੇਵ ਸਿੰਘ ਸੱਤਿਆਵਾਲੀ ਨੇ ਬਰੀ ਨੱਟ ਖਰੀਦੀਆਂ ਰਾਈਫਲਾਂ ਫੜੀਆਂ ਸਨ। ਮੈਂ ਟਰੱਕ ਲੈ ਕੇ ਚੁੰਗੀ ਤੇ ਪਹੁੰਚਿਆ, ਕਿਉਂਕਿ ਸਾਰਿਆਂ ਸਿੰਘਾਂ ਜਿਨ੍ਹਾਂ ਨੇ ਪੁਲਿਸ ਵਾਲੇ ਬਣਨਾ ਸੀ, ਚੁੰਗੀ ਤੇ ਇਕੱਠੇ ਹੋਣਾ ਸੀ। ਸਾਰੀਆਂ ਡਿਊਟੀਆਂ ਅਸੀਂ ਪਹਿਲਾਂ ਹੀ ਸਿੰਘਾਂ ਦੀਆਂ ਲਾ ਦਿੱਤੀਆਂ ਸਨ ਕਿ ਕਿਸ ਤਰ੍ਹਾਂ ਡਿਊਟੀ ਦੇਣੀ ਹੈ। ਪੁਲਿਸ ਵਾਲੇ ਬਣੇ ਸਾਰੇ ਸਿੰਘ ਕਾਰ ਤੇ ਗਏ।
ਮੈਂ ਛੋਟਾ ਟੋਇਟਾ ਟਰੱਕ ਲੈ ਕੇ ਕਾਰ ਦੇ ਅੱਗੇ ਚੱਲ ਪਿਆ। ਜੋ ਵੱਡਾ ਟਰੱਕ ਸੀ, ਉਹ ਮਹੇਸ਼ਿੰਦਰ ਸਿੰਘ ਮੋਸ਼ੀ ਨੂੰ ਦੇ ਕੇ ਬਾਈਪਾਸ ਤੇ ਖੜਾ ਕਰ ਦਿੱਤਾ। ਮੈਂ ਪੁਲਿਸ ਦੀ ਵਰਦੀ ਵਾਲੇ ਸਿੰਘਾਂ ਤੋਂ 1 ਘੰਟਾ ਬੈਂਕ ਕੋਲ ਪਹਿਲਾਂ ਪਹੁੰਚਿਆ। ਬੈਂਕ ਦੇ ਨੇੜੇ ਲਾਭ ਸਿੰਘ, ਸੁਖਵਿੰਦਰ ਸਿੰਘ ਸ਼ਿੰਦੂ ਤੇ ਬਲਬੀਰ ਸਿੰਘ ਫੌਜੀ ਜੋ ਮਰੂਤੀ ਵੈਨ ਵਿੱਚ AK-47 ਰਾਈਫਲ ਤੇ ਵੱਡੀਆਂ ਰਾਈਫਲਾਂ ਲੈ ਕੇ ਬੈਠੇ ਸਨ, ਤਾਂ ਕਿ ਜਦੋਂ ਅਸੀਂ ਡਕੈਤੀ ਕਰਾਂਗੇ ਤਾਂ ਉਹ ਸਾਨੂੰ ਬਾਹਰੀ ਹਮਲੇ ਜਿਵੇਂ CRP ਤੋਂ ਬਚਾਉਣਗੇ। ਕਾਫੀ ਦੂਰ ਹੋਣ ਕਰਕੇ ਉਹਨਾਂ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਲੱਗਣਾ। ਅਜਮੇਰ ਸਿੰਘ ਪ੍ਰਧਾਨ, ਗੁਰਮੀਤ ਸਿੰਘ ਟੋਨੀ ਤੇ ਲੁਧਿਆਣੇ ਦਾ ਨਵਤੇਜ ਸਿੰਘ ਰਾਜੂ ਨੂੰ ਬੈਂਕ ਦੇ ਬਾਹਰ ਹੀ ਸਕੂਟਰ ਤੇ ਮੋਟਰਸਾਈਕਲ ਤੇ ਬੁਲਾਇਆ ਸੀ। ਉਹਨਾਂ ਨੂੰ ਮੈਂ ਆਖਿਆ ਸੀ, ਜਿੱਥੇ ਮੈਂ ਇਸ਼ਾਰਾ ਕਰਿਆ ਕਰਾਂਗਾ, ਉੱਥੇ ਡਿਊਟੀ ਕਰੀ ਜਾਣਾ। ਉਹਨਾਂ ਦੀ ਆਮ ਜਿਹੇ ਵਾਂਗ ਹੀ ਬੈਂਕ ਦੇ ਦੁਆਲੇ ਚੱਕਰ ਲਾਉਣ ਦੀ ਡਿਊਟੀ ਲਾਈ ਸੀ। ਬੈਂਕ ਦੇ 2 ਦਰਵਾਜ਼ੇ ਸਨ, ਇੱਕ ਵੱਡਾ ਮੇਨ ਗੇਟ ਸੀ ਤੇ ਇੱਕ ਦਰਵਾਜ਼ਾ ਸੀ ਜੋ ਸਵੇਰੇ 7:30 ਤੋਂ 9 ਵਜੇ ਤੱਕ ਖੁੱਲ੍ਹਦਾ ਸੀ ਤੇ 9 ਵਜੇ ਤੋਂ ਬਾਅਦ ਵੱਡਾ ਮੇਨ ਗੇਟ ਖੁੱਲ੍ਹਦਾ ਸੀ। ਬਾਹਰ ਵਾਲੀ ਕੰਟੀਨ ਤੇ ਸਰਦੀਆਂ ਕਰਕੇ ਸਾਰੇ ਮੁਲਾਜ਼ਮ ਸਵੇਰੇ ਆਉਂਦਿਆਂ ਹੀ ਚਾਹ ਪੀਂਦੇ, ਉੱਥੇ ਪਈ ਅਖਬਾਰ ਪੜ੍ਹਦੇ ਸਨ। ਇਸ ਕਰਕੇ ਕਾਫੀ ਭੀੜ ਸਵੇਰੇ ਕੰਟੀਨ ਤੇ ਹੁੰਦੀ ਸੀ। ਮੈਂ ਸਿਵਲ ਕੱਪੜਿਆਂ ਵਿੱਚ ਸੀ ਤੇ ਕੰਟੀਨ ਤੇ ਬੈਠਾ ਸੀ। ਪਿਛਲੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਕੰਟੀਨ ਕੋਲ ਪੁਲਿਸ ਦੀਆਂ ਵਰਦੀਆਂ ਵਾਲੇ ਸਿੰਘ ਡਕੈਤੀ ਕਰਨ ਆ ਗਏ। ਸਿੰਘ 9:02 ਤੋਂ ਉੱਥੇ ਪਹੁੰਚ ਚੁੱਕੇ ਸਨ। ਉਦੋਂ ਤੱਕ ਮੁਲਾਜ਼ਮ ਵੀ ਆ ਚੁੱਕੇ ਸਨ, ਇਸ ਲਈ ਮੈਂ ਜਲਦੀ ਉੱਠ ਕੇ ਮਥਰਾ ਸਿੰਘ ਨੂੰ ਕਿਹਾ, ਅੱਜ ਡਕੈਤੀ ਕਰਨਾ ਠੀਕ ਨਹੀਂ, ਕੱਲ ਕਰਾਂਗੇ। ਉਹਨਾਂ ਨੂੰ ਵੀ ਅਗਲੇ ਦਿਨ ਪੂਰੇ 8:30 ਵਜੇ ਆਉਣ ਲਈ ਕਿਹਾ। ਫਿਰ ਅਸੀਂ ਅਗਲੇ ਦਿਨ ਲੁਧਿਆਣੇ ਚੁੰਗੀ ਤੇ ਦਿੱਲੀ ਰੋਡ ਤੇ ਇਕੱਠੇ ਹੋਏ। ਟਰੱਕ ਵਿੱਚ ਅਰਦਾਸ ਕੀਤੀ ਗਈ ਤੇ ਇੱਕ ਲੁਧਿਆਣੇ ਦੇ ਠਾਹਰ ਵਾਲੇ ਸਿੰਘ ਤੋਂ ਕੜਾਹ ਪ੍ਰਸ਼ਾਦੇ ਬਣਾ ਕੇ ਵਰਤਾਇਆ ਗਿਆ। ਮੈਂ ਪਹਿਲੇ ਦਿਨ ਦੀ ਤਰ੍ਹਾਂ ਛੋਟਾ ਟਰੱਕ ਲੈ ਕੇ 8 ਵਜੇ ਬੈਂਕ ਕੋਲ ਆ ਕੇ ਸਾਰੇ ਸਿੰਘਾਂ ਨੂੰ ਆਪੋ ਆਪਣੀ ਡਿਊਟੀ ਤੇ ਖੜਾ ਕੀਤਾ। ਆਪਣੇ ਵਾਕਫ ਲੁਧਿਆਣੇ ਦੇ ਸਿੰਘ ਨੂੰ ਮੋਟਰਸਾਈਕਲ ਤੇ ਪੈਟਰੋਲਿੰਗ ਕਰਨ ਲਈ ਕਿਹਾ। ਉਸ ਬਾਰੇ ਮੈਨੂੰ ਤੇ ਬਿੱਟੂ ਨੂੰ ਹੀ ਪਤਾ ਸੀ। ਮੈਂ 8:55 ਤੇ ਕੰਟੀਨ ਤੇ ਬੈਠ ਗਿਆ ਤੇ ਪੂਰੇ 9 ਵਜੇ ਬੈਂਕ ਦੇ ਸਾਹਮਣੇ ਸਾਡੀ ਪੁਲਿਸ ਵਾਲੇ ਬਣੇ ਸਿੰਘਾਂ ਵਾਲੀ ਕਾਰ ਆ ਕੇ ਖੜੀ ਹੋਈ। ਉਸ ਵਿੱਚੋਂ ਬਾਬਾ ਧੰਨਾ ਸਿੰਘ ਇੰਸਪੈਕਟਰ, ਭਲਵਾਨ ਤੇ ਬਾਪੂ ਹੌਲਦਾਰ ਦੀ ਵਰਦੀ ਵਿੱਚ, ਰਾਜੀ ਤੇ ਸਤਿਆਵਾਲੀ ਸਿਪਾਹੀ ਵੀ ਵਰਦੀ ਵਿੱਚ ਸਨ। ਹੱਥ ਵਿੱਚ ਰਾਈਫਲਾਂ ਸਨ। ਭਲਵਾਨ ਨੇ ਸਟੇਨਗਨ ਫੜੀ ਸੀ। ਬਾਬਾ ਇੰਸਪੈਕਟਰ ਦਾ ਮੁਨਸ਼ੀ ਬਣਿਆ ਸੀ, ਹੱਥ ਵਿੱਚ ਡਾਇਰੀ ਫੜੀ ਸੀ। ਉਹ ਸਿਵਲ ਕੱਪੜਿਆਂ ਵਿੱਚ ਸੀ। ਇਹ ਸਾਰੇ ਕਾਰ ਵਿੱਚ ਉਤਰੇ। ਉਹਨੇ ਚਿਰ ਨੂੰ ਚਰਨਜੀਤ ਸਿੰਘ ਚੰਨੀ ਵੀ ਮੇਰੇ ਕੋਲ ਆ ਗਿਆ। ਸਿੰਘ ਕਾਰ ਵਿੱਚੋਂ ਉਤਰ ਕੇ ਬੈਂਕ ਦੇ ਪਿਛਲੇ ਗੇਟ ਵੱਲ ਬਿਲਕੁਲ ਅਸਲੀ ਪੁਲਿਸ ਵਾਂਗ ਹੀ ਆ ਰਹੇ ਸਨ। ਧੰਨਾ ਸਿੰਘ ਨੇ, ਜਿਸ ਤਰ੍ਹਾਂ ਪੁਲਿਸ ਵਾਲੇ ਸਵੇਰੇ ਦਾੜ੍ਹੀ ਉੱਪਰ ਠਾਠੀ ਬੰਦੇ ਹਨ, ਉਸੇ ਤਰ੍ਹਾਂ ਬੰਨੀ ਸੀ। ਮੈਂ ਇਹ ਸਾਰੀ ਖੇਡ ਕੰਟੀਨ ਤੇ ਬੈਠਾ ਵੇਖ ਰਿਹਾ ਸੀ। ਥੋੜ੍ਹੀ ਦੂਰ ਗੁਰਮੀਤ ਸਿੰਘ ਟੋਲੀ ਬਣਾ ਕੇ ਖੜਾ ਸੀ। ਮੇਰੀ ਡੱਬ ਵਿੱਚ, ਗੁਰਮੀਤ ਸਿੰਘ ਟੋਨੀ ਦੀ ਡੱਬ ਵਿੱਚ ਤੇ ਚਰਨਜੀਤ ਸਿੰਘ, ਸਭ ਕੋਲ ਪਿਸਟਲ ਸਨ। ਬੈਂਕ ਦੇ ਪਿਛਲੇ ਪਾਸੇ ਲੁਧਿਆਣੇ ਵਾਲੇ ਰਾਜੂ ਦੀ ਡਿਊਟੀ ਲਾਈ ਸੀ। ਉਸ ਦੇ ਕੋਲ ਵੀ ਪਿਸਟਲ ਸੀ। ਬੈਂਕ ਦੇ ਸਾਹਮਣੇ ਪ੍ਰਧਾਨ ਖੜਾ ਸੀ, ਉਸ ਕੋਲ ਹਥਿਆਰ ਨਹੀਂ ਸੀ। ਉਸ ਨੂੰ ਅਸੀਂ ਜਾਣ ਬੁੱਝ ਕੇ ਹਥਿਆਰ ਨਹੀਂ ਸੀ ਦਿੱਤਾ, ਕਿਉਂਕਿ ਉਹ ਮਾਮੂਲੀ ਜਿਹੀ ਗੜਬੜ ਸਮੇਂ ਹੀ ਚਲਾ ਸਕਦਾ ਸੀ, ਜਿਸ ਨਾਲ ਸਾਡੀ ਬੈਂਕ ਡਕੈਤੀ ਅਸਫਲ ਹੋ ਸਕਦੀ ਸੀ। ਮੈਂ ਪਹਿਲਾਂ ਸਵੇਰੇ ਦੇ ਵਾਰ ਬਾਥਰੂਮ ਦੇ ਬਹਾਨੇ ਜਾ ਕੇ ਅੰਦਰੋਂ ਬੈਂਕ ਵੇਖ ਆਇਆ ਸੀ। 5 ਤੋਂ 7 ਆਦਮੀ ਹੀ ਬੈਂਕ ਵਿੱਚ ਸਨ। ਪੁਲਿਸ ਗਾਰਡ ਅੰਡਰਗਰਾਉਂਡ ਸੇਫ ਵਿੱਚ ਜੋ ਕਮਰੇ ਸਨ, ਉੱਥੇ ਸਨ। ਪੁਲਿਸ ਦੀ ਵਰਦੀ ਵਾਲੇ ਸਿੰਘ ਪੂਰੇ 9 ਵਜੇ ਪਿਛਲੇ ਦਰਵਾਜ਼ੇ ਰਾਹੀਂ ਬੈਂਕ ਵਿੱਚ ਦਾਖਲ ਕੇ ਗਏ। ਮੈਂ ਚਾਹ ਵਾਲੇ ਕੋਲ ਖੜਾ ਸੀ। ਮੈਂ ਚਾਹ ਵਾਲੇ ਨੂੰ ਆਖਿਆ, CBI ਦਾ ਅਫਸਰ ਹਾਂ ਤੇ ਜੋ ਪੁਲਿਸ ਬੈਂਕ ਅੰਦਰ ਗਈ ਹੈ, ਉਹ ਮੇਰੇ ਨਾਲ ਆਈ ਹੈ। ਅਸੀਂ ਬੈਂਕ ਵਿੱਚ ਕੁਝ ਹੇਰਾ ਫੇਰੀ, ਫਰਾਡ ਤੇ ਗਲਤ ਕਰੰਸੀ ਕਰਕੇ ਛਾਪਾ ਰੇਡ ਮਾਰਿਆ ਹੈ। ਤੂੰ ਕੋਈ ਗੜਬੜ ਕੀਤੀ ਤਾਂ ਇਹ ਵੇਖ। ਮੈਂ ਆਪਣੀ ਡੱਬ ਵਾਲਾ ਪਿਸਟਲ ਇਸ਼ਾਰੇ ਰਾਹੀਂ ਵਿਖਾਇਆ। ਉਹ ਡਰ ਗਿਆ। ਮੈਂ ਉਸ ਨੂੰ ਕਿਹਾ, ਸਾਡੇ ਬੈਂਕ ਰੇਡ ਵਿੱਚ ਤੇਰੇ ਕਾਰਨ ਕੋਈ ਵਿਘਨ ਆਇਆ ਤਾਂ ਅਸੀਂ ਗੋਲੀ ਵੀ ਮਾਰ ਸਕਦੇ ਹਾਂ। ਅਸੀਂ ਸਾਰੀ ਬੈਂਕ ਕਹੀ ਹੋਈ। ਮੈਂ ਉਸ ਨੂੰ ਆਪਣੇ ਸਾਥੀ ਟੋਨੀ ਤੇ ਰਾਜੂ ਵੀ ਇਸ਼ਾਰੇ ਨਾਲ ਵਿਖਾਏ ਕਿ ਉਹ ਦੇਖ ਲੈ। ਉਸ ਸਮੇਂ ਉਸ ਕੋਲ ਕੋਈ ਗਾਹਕ ਖੜਾ ਨਹੀਂ ਸੀ। ਉਸ ਦੀ ਦੁਕਾਨ ਤੇ 2 ਛੋਟੇ ਲੜਕੇ ਕੰਮ ਕਰਨ ਵਾਲੇ ਆ ਗਏ। ਮੈਂ ਉਹਨਾਂ ਵਿੱਚੋਂ ਇੱਕ ਨੂੰ ਅੰਦਰ ਜਾਣ ਲਈ ਕਿਹਾ ਕਿ ਇੰਸਪੈਕਟਰ ਸਾਹਿਬ ਅੰਦਰ ਹਨ, ਉਹਨਾਂ ਤੋਂ ਚਾਹ ਦਾ ਆਰਡਰ ਲੈ ਕੇ ਆ। ਉਹ ਲੜਕਾ ਅੰਦਰ ਚਾਹ ਦਾ ਆਰਡਰ ਲੈਣ ਚਲਾ ਗਿਆ। ਮੈਨੂੰ ਪਤਾ ਸੀ ਕਿ ਸਾਡੀ ਸਕੀਮ ਅਨੁਸਾਰ ਜੋ ਬੈਂਕ ਅੰਦਰ ਜਾਵੇਗਾ, ਉਹ ਬਾਹਰ ਨਹੀਂ ਆ ਸਕਦਾ। ਪੁਲਿਸ ਦੀ ਵਰਦੀ ਵਾਲੇ ਸਿੰਘਾਂ ਦੇ ਮਗਰ ਉਸੇ ਸਮੇਂ ਬਿੱਟੂ,
ਚਰਨਜੀਤ ਤੇ ਮੰਜੂ ਬੈਂਕ ਅੰਦਰ ਚਲੇ ਗਏ। ਬਿੱਟੂ ਤੇ ਮੰਜੂ ਦੇ ਹੱਥ ਵਿੱਚ ਅਟੈਚੀ ਸਨ, ਜਿਨ੍ਹਾਂ ਵਿੱਚ ਸਟਿਨ ਗੰਨਾਂ ਸਨ। ਮੇਰੇ ਕੋਲ ਇੱਕ ਚਾਹ ਵਾਲਾ ਲੜਕਾ ਹੋਰ ਆ ਗਿਆ ਤੇ ਅੰਦਰ ਇਸ ਬਹਾਨੇ ਭੇਜ ਦਿੱਤਾ ਕਿ ਪਤਾ ਲੈ ਕੇ ਆ, ਪਹਿਲਾ ਲੜਕਾ ਆਰਡਰ ਲੈਣ ਗਿਆ ਸੀ, ਵਾਪਸ ਕਿਉਂ ਨਹੀਂ ਆਇਆ। ਫਿਰ ਇੱਕ ਬੈਂਕ ਦਾ ਚਪੜਾਸੀ ਦੀ ਉੱਥੇ ਆ ਗਿਆ। ਉਸ ਨੂੰ ਮੈਂ ਕਿਹਾ, ਇੰਸਪੈਕਟਰ ਸਾਹਿਬ ਤੁਹਾਨੂੰ ਅੰਦਰ ਬੁਲਾਉਂਦੇ ਹਨ। ਇਸ ਤਰ੍ਹਾਂ ਉਸ ਨੂੰ ਵੀ ਅੰਦਰ ਭੇਜ ਦਿੱਤਾ ਤੇ ਉਸ ਨੂੰ ਵੀ ਅੰਦਰਲੇ ਸਿੰਘਾਂ ਨੇ ਦੂਸਰਿਆਂ ਵਿੱਚ ਇੱਕ ਸਾਈਡ ਤੇ ਬਿਠਾ ਲਿਆ। ਫਿਰ ਮੈਂ ਕੰਟੀਨ ਵਾਲੇ ਨੂੰ ਆਖਿਆ, ਦੁੱਧ ਲੁਕਾ ਲੈ ਤੇ ਕਿਸੇ ਨੂੰ ਵੀ ਚਾਹ ਬਣਾ ਕੇ ਨਹੀਂ ਦੇਣੀ, ਜੇ ਕੋਈ ਪੁੱਛੇ ਤਾਂ ਆਖਣਾ ਦੁੱਧ ਨਹੀਂ ਆਇਆ। ਉਸ ਨੇ ਦੁੱਧ ਹੇਠਾਂ ਲੁਕਾ ਲਿਆ। ਫਿਰ ਉੱਥੇ ਅਖਬਾਰ ਆਈ। ਉਹ ਅਖਬਾਰ ਮੈਂ ਫੜ ਕੇ ਚਰਨਜੀਤ ਸਿੰਘ ਨੂੰ ਫੜਾ ਦਿੱਤੀ ਤਾਂ ਕਿ ਅਖਬਾਰ ਪੜ੍ਹਨ ਕਰਕੇ ਕੰਟੀਨ ਤੇ ਕੋਈ ਖੜ੍ਹਾ ਨਾ ਹੋਵੇ ਤੇ ਸਿੱਧਾ ਬੈਂਕ ਦੇ ਅੰਦਰ ਹੀ ਜਾਵੇ। ਉਧਰੋਂ ਜਦੋਂ ਪੁਲਿਸ ਦੀ ਵਰਦੀ ਵਾਲੇ ਸਿੰਘ ਧੰਨਾ ਸਿੰਘ ਹੋਰੀ ਬੈਂਕ ਦੇ ਹੇਠਾਂ ਕਮਰੇ ਵਿੱਚ ਅਸਲੀ ਪੁਲਿਸ ਵਾਲਿਆਂ ਕੋਲ ਗਏ ਤਾਂ ਬਾਬਾ ਧੰਨਾ ਸਿੰਘ ਨੂੰ ਉਹਨਾਂ ਨੇ ਅਸਲੀ ਇੰਸਪੈਕਟਰ ਸਮਝ ਕੇ ਖੜੇ ਹੋ ਕੇ ਸਲੂਟ ਮਾਰਿਆ। ਉਹ ਪੁਲਸੀਏ ਬਹੁਤ ਜ਼ਿਆਦਾ ਡਰ ਗਏ, ਕਿਉਂਕਿ ਉਹਨਾਂ ਵਿੱਚੋਂ 2 ਪੁਲਿਸ ਵਾਲੇ ਗੈਰ ਹਾਜ਼ਰ ਸਨ, ਪਿੰਡ ਗਏ ਹੋਏ ਸਨ। ਉਹਨਾਂ ਵਿੱਚੋਂ ਅਸਲੀ ਹੌਲਦਾਰ ਤਾਂ ਧੰਨਾ ਸਿੰਘ ਦੇ ਅੱਗੇ ਹੱਥ ਜੋੜ ਕੇ ਖਲੋ ਗਿਆ ਤੇ ਕਹਿਣ ਲੱਗਾ ਕਿ ਮੈਨੂੰ ਮਾਫ਼ ਕਰ ਦਿਓ। ਧੰਨਾ ਸਿੰਘ ਨੇ ਉਹਨਾਂ ਤੋਂ ਰੋਜ਼ਨਾਮਾ ਵਾਲਾ ਰਜਿਸਟਰ ਤੇ ਹਥਿਆਰ ਲੈ ਲਏ। ਜਦੋਂ ਹਥਿਆਰ ਸਿੰਘਾਂ ਦੇ ਕਾਬੂ ਆ ਗਏ ਤਾਂ ਧੰਨਾ ਸਿੰਘ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਅਸੀਂ ਨਕਲੀ ਪੁਲਿਸ ਵਾਲੇ ਹਾਂ ਤੇ ਬੈਂਕ ਲੁੱਟਣ ਆਏ ਹਾਂ, ਪਰ ਅਸਲੀ ਪੁਲਿਸ ਵਾਲਿਆਂ ਨੇ ਇਸ ਗੱਲ ਨੂੰ ਮਜ਼ਾਕ ਵਿੱਚ ਲਿਆ ਤੇ ਮਾਫ਼ੀ ਮੰਗੀ ਜਾਣ। ਫਿਰ ਭਲਵਾਨ ਨੇ ਪੁਲਿਸ ਵਾਲੇ ਨੂੰ ਕਾਫੀ ਜ਼ੋਰ ਨਾਲ ਇੱਕ ਥੱਪੜ ਮਾਰਿਆ ਤਾਂ ਜਾ ਕੇ ਫਿਰ ਉਹਨਾਂ ਨੂੰ ਸਮਝ ਆਈ। ਫਿਰ ਜਿੱਥੇ ਦੂਸਰੇ ਗਾਹਕ ਤੇ ਮੁਲਾਜ਼ਮ ਬਿਠਾਏ ਸਨ, ਉੱਥੇ ਅਸਲੀ ਪੁਲਿਸ ਵਾਲਿਆਂ ਨੂੰ ਵੀ ਬਿਠਾ ਦਿੱਤਾ। ਰਾਜੂ ਤੇ ਪ੍ਰਧਾਨ ਆਮ ਲੋਕਾਂ ਵਾਂਗ ਬੈਂਕ ਦੇ ਆਲੇ ਦੁਆਲੇ ਤੁਰੇ ਫਿਰਦੇ ਧਿਆਨ ਰੱਖ ਰਹੇ ਸਨ। ਅਸੀਂ ਸਾਰਿਆਂ ਨੂੰ ਗੋਲੀ ਚਲਾਉਣ ਤੋਂ ਮਨਾ ਕੀਤਾ ਸੀ, ਚਾਹੇ ਕਿੰਨੀ ਵੀ ਗੜਬੜ ਹੋ ਜਾਵੇ। ਕਿਹਾ ਸੀ, ਜਿੰਨਾ ਚਿਰ ਭਲਵਾਨ ਬਿੱਟੂ ਤੋਂ ਮੈਂ ਨਾ ਕਹਾਂ, ਉਹਨਾਂ ਚਿਰ ਗੋਲੀ ਨਹੀਂ ਚਲਾਉਣੀ, ਕਿਉਂਕਿ ਬੈਂਕ ਕਰਨ ਲਈ ਕਈ ਨਵੇਂ ਸਿੰਘ ਸਨ। ਮੈਂ ਬੈਂਕ ਅੰਦਰ ਆਉਂਦਾ ਜਾਂਦਾ ਰਹਿੰਦਾ ਸੀ ਤੇ ਉਸ ਸਮੇਂ ਟੋਨੀ ਨੂੰ ਚਾਹ ਵਾਲੇ ਕੋਲ ਖੜਾ ਕਰ ਦਿੰਦਾ। ਲਾਭ ਸਿੰਘ ਹੋਰਾਂ ਦੀ ਮਰੂਤੀ ਵੈਨ ਖੜੀ ਦਿਸਦੀ ਸੀ। ਉਹਨਾਂ ਦੀ ਡਿਊਟੀ ਸੀ ਕਿ ਬਾਹਰੀ ਹਮਲੇ ਤੋਂ ਅੰਦਰ ਵਾਲਿਆਂ ਸਿੰਘਾਂ ਨੂੰ ਬਚਾਉਣਾ ਹੈ। ਇਸ ਤਰ੍ਹਾਂ ਬਿਲਕੁਲ ਠੀਕ ਠਾਕ ਸਾਰਾ ਕੰਮ ਚੱਲ ਰਿਹਾ ਸੀ। ਤਕਰੀਬਨ 9:30 ਵਜੇ ਬੈਂਕ ਦੇ ਬਹੁਤ ਹੀ ਮੁਲਾਜ਼ਮ ਲਗਾਤਾਰ ਆਈ ਜਾਂਦੇ ਤੇ ਸਾਰੇ ਆ ਕੇ ਚਾਹ ਵਾਲੇ ਨੂੰ ਚਾਹ ਬਣਾਉਣ ਲਈ ਕਹਿੰਦੇ। ਚਾਹ ਵਾਲਾ ਦੁੱਧ ਨਾ ਹੋਣ ਦਾ ਬਹਾਨਾ ਕਰਕੇ ਵਾਪਸ ਕਰ ਦਿੰਦਾ। ਉਹ ਬੈਂਕ ਅੰਦਰ ਚਲੇ ਜਾਂਦੇ ਤੇ ਸਿੰਘਾਂ ਦੇ ਕਾਬੂ ਆ ਜਾਂਦੇ। ਫਿਰ ਕਈ ਅਖਬਾਰ ਬਾਰੇ ਪੁੱਛਦੇ ਤਾਂ ਉਹ ਕਹਿ ਦਿੰਦਾ ਕਿ ਅੱਜ ਅਖਬਾਰ ਆਇਆ ਨਹੀਂ। ਉਹ ਮੁਲਾਜ਼ਮ ਅੱਗੋਂ ਹੱਸ ਕੇ ਕਹਿੰਦੇ ਕਿ ਅੱਜ ਦੇ ਦਿਨ ਹੀ ਇਸ ਤਰ੍ਹਾਂ ਹੋ ਰਿਹਾ ਹੈ। ਕਦੇ-ਕਦੇ ਚਰਨਜੀਤ ਵੀ ਬੈਂਕ ਅੰਦਰੋਂ ਮੇਰੇ ਕੋਲ ਆ ਜਾਂਦਾ ਸੀ। ਫਿਰ ਮੈਂ ਰਾਜੀ ਨੂੰ, ਜੋ ਪੁਲਿਸ ਵਰਦੀ ਵਿੱਚ ਸੀ, ਬੈਂਕ ਦੇ ਮੇਨ ਦਰਵਾਜ਼ੇ ਤੇ ਜੋ ਅਜੇ ਬੰਦ ਸੀ, ਇੱਧਰ-ਉੱਧਰ ਚੱਕਰ ਲਾਉਣ ਲਈ ਕਿਹਾ। ਉਹ ਸਾਈਕਲ ਫੜ ਕੇ ਗੇਟ ਦੇ ਅੱਗੇ ਚੱਕਰ ਬਿਲਕੁਲ ਅਸਲੀ ਪੁਲਿਸ ਵਾਂਗ ਲਾ ਰਿਹਾ ਸੀ। ਅਸਲੀ ਸਿਪਾਹੀ ਲੱਗ ਰਿਹਾ ਸੀ। ਉਸਨੇ ਮੈਨੂੰ ਪੁੱਛਿਆ, ਮੈਂ ਠੀਕ ਤਰ੍ਹਾਂ ਡਿਊਟੀ ਕਰ ਰਿਹਾ ਹਾਂ? ਤਾਂ ਮੈਂ ਆਖਿਆ, ਮੇਰਾ ਵੀਰ ਬਹੁਤ ਹੀ ਸੋਹਣੀ ਤਰ੍ਹਾਂ ਡਿਊਟੀ ਕਰ ਰਿਹਾ ਹੈ। ਕੰਟੀਨ ਦੇ ਨਾਲ ਹੀ ਸਕਟੂਰ ਤੇ ਸਾਈਕਲ ਸਟੈਂਡ ਸੀ। ਇੰਨੇ ਚਿਰ ਨੂੰ 4 ਤੋਂ 5 ਕੁੜੀਆਂ ਬੈਂਕ ਦੇ ਸਾਹਮਣੇ ਆਈਆਂ। ਇੱਕ ਲੜਕੀ ਰਾਜੀ ਵੀਰ ਕੋਲ ਆਈ, ਬਾਕੀ ਥੋੜੀ ਦੂਰ ਖੜੀਆਂ ਰਹੀਆਂ। ਲੜਕੀ ਰਾਜੀ ਵੀਰ ਨੂੰ ਕੁਝ ਪੁੱਛ ਰਹੀ ਸੀ। ਰਾਜੀ ਵੀਰ ਨੇ ਉਸ ਲੜਕੀ ਨੂੰ ਮੇਰੇ ਵੱਲ ਭੇਜ ਦਿੱਤਾ। ਮੈਂ ਵੀ ਅੱਗੇ ਹੋ ਕੇ ਉਸ ਕੁੜੀ ਨੂੰ ਮਿਲਿਆ ਤੇ ਮੈਂ ਉਸ ਨੂੰ ਇਸ ਤਰ੍ਹਾਂ ਸ਼ੋਅ ਕੀਤਾ ਜਿਵੇਂ ਮੈਂ ਬੈਂਕ ਮੁਲਾਜ਼ਮ ਹੀ ਹਾਂ। ਲੜਕੀ ਨੇ ਮੈਨੂੰ ਕਿਹਾ, ਮੈਂ ਹਰੀਸ਼ ਨੂੰ ਮਿਲਣਾ ਸੀ। ਮੈਂ ਉਸ ਨੂੰ ਵਾਪਸ ਭੇਜਣ ਲਈ ਜਾਣ ਬੁੱਝ ਕੇ ਹੀ ਕਹਿ ਦਿੱਤਾ, ਹਰੀਸ਼ ਤਾਂ ਕਿਸੇ ਜ਼ਰੂਰੀ ਕੰਮ ਗਿਆ ਹੈ। 12-1 ਵਜੇ ਆਵੇਗਾ। ਤੁਸੀਂ ਇਸ ਤਰ੍ਹਾਂ ਕਰਨਾ ਕਿ 2 ਵਜੇ ਆ ਜਾਣਾ, ਕੋਈ ਸੁਨੇਹਾ ਹੈ ਤਾਂ ਦੇ ਦਿਓ। ਉਹ ਕੁੜੀ ਮੈਨੂੰ ਇਹ ਕਹਿ ਕੇ ਚਲੀ ਗਈ ਕਿ ਉਸ ਨੂੰ ਕਹਿਣਾ ਕਿ ਅਨੀਤਾ ਆਈ ਸੀ, ਕੱਲ ਮੈਨੂੰ ਮਿਲੇ। ਮੈਂ ਆਖਿਆ, ਠੀਕ ਹੈ, ਤੁਹਾਡਾ ਸੁਨੇਹਾ ਦੇ ਦੇਵਾਂਗਾ। ਉਹ ਥੈਂਕ ਯੂ ਕਹਿ ਕੇ ਚਲੀ ਗਈ। ਮੈਂ ਇਹਨਾਂ ਲੜਕੀਆਂ ਨੂੰ ਇਸ ਲਈ ਝੂਠ ਬੋਲਿਆ ਸੀ ਕਿਉਂਕਿ ਇੱਕ ਲੜਕੀ ਬੈਂਕ ਅੰਦਰ ਜਾਂਦੀ ਤਾਂ ਅੰਦਰ ਹੀ ਰਹਿ ਜਾਂਦੀ ਤੇ ਬਾਹਰੋਂ ਖੜੀਆਂ ਲੜਕੀਆਂ ਤੋਂ ਮੁਸ਼ਕਲ ਹੋ ਸਕਦੀ ਸੀ। ਅਸੀਂ ਸਾਰੇ ਬੈਂਕ ਦੇ ਪਰਸਨਲ ਗਾਰਡਾਂ, ਪੀਅਨਾਂ ਤੇ ਕੈਸ਼ੀਅਰਾਂ, ਗੇਟ ਖੋਲ੍ਹਣ ਵਾਲਿਆਂ ਦੀ ਪਛਾਣ ਪਹਿਲਾਂ ਹੀ ਕੀਤੀ ਹੋਈ ਸੀ। ਹੁਣ 10 ਵੱਜ ਚੁੱਕੇ ਸਨ। ਇਸ ਕਰਕੇ ਮੁਲਾਜ਼ਮ ਤੋਂ ਗਾਹਕ ਬਹੁਤ ਰਹੇ ਸਨ। ਰੋਜ਼ਾਨਾ ਦੀ ਤਰ੍ਹਾਂ ਮੇਨ ਦਰਵਾਜ਼ਾ 10 ਵਜੇ ਖੋਲ੍ਹਣ ਲੱਗੇ ਪਿਛਲਾ ਗੇਟ ਬੰਦ ਕਰ ਦਿੱਤਾ। ਜਿਹੜਾ ਰੋਜ਼ਾਨਾ ਪੀਅਨ ਦਰਵਾਜ਼ਾ ਖੋਲ੍ਹਦਾ ਸੀ, ਉਸ ਬਾਰੇ ਮੈਂ ਭਲਵਾਨ ਵੀਰ ਨੂੰ ਦੱਸ ਦਿੱਤਾ। ਭਲਵਾਨ ਉਸ ਨੂੰ ਨਾਲ ਲੈ ਕੇ ਮੇਨ ਦਰਵਾਜ਼ਾ ਖੋਲ੍ਹਣ ਲੱਗਾ। ਭਲਵਾਨ
ਵਰਦੀ ਵਿੱਚ ਖੜਾ ਸੀ। ਪੀਅਨ ਕੋਲੋਂ ਡਰਦਿਆਂ ਹੀ ਚਾਬੀਆਂ ਨਹੀਂ ਸੀ ਲੱਗ ਰਹੀਆਂ। ਜ਼ਿਆਦਾ ਸਮਾਂ ਚਾਬੀਆਂ ਨਾ ਲੱਗਣ ਕਰਕੇ ਬੈਂਕ ਦੇ ਬਾਹਰ ਮੁਲਾਜ਼ਮਾਂ ਦੀ ਕਾਫੀ ਭੀੜ ਲੱਗ ਗਈ ਸੀ। ਮੈਂ ਵੀ ਉਹਨਾਂ ਵਿੱਚ ਹੀ ਖੜਾ ਸੀ। ਇਸ਼ਾਰੇ ਨਾਲ ਮੁਲਾਜ਼ਮ ਚਾਬੀਆਂ ਦੱਸ ਰਹੇ ਸਨ ਕਿ ਇਹ ਲਾਓ, ਲੱਗ ਜਾਵੇਗੀ। ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ। ਜਦੋਂ ਕਾਫੀ ਚਿਰ ਚਾਬੀਆਂ ਨਾ ਲੱਗੀਆਂ ਤਾਂ ਮੈਂ ਉਹਨਾਂ ਨੂੰ ਪਿਛਲਾ ਗੇਟ ਪਹਿਲਾਂ ਵਾਂਗ ਹੀ ਖੋਲ੍ਹਣ ਲਈ ਕਿਹਾ। ਉਹਨਾਂ ਭਲਵਾਨ ਹੋਰਾਂ ਪਿਛਲਾ ਗੇਟ ਖੋਲ੍ਹ ਦਿੱਤਾ। ਮੈਂ, ਟੋਨੀ, ਰਾਜੂ, ਪ੍ਰਧਾਨ ਹੋਰਾਂ ਨੂੰ ਆਪਣੇ ਨਾਲ ਉਹਨਾਂ ਮੁਲਾਜ਼ਮਾਂ ਦੇ ਪਿੱਛੇ ਖੜ੍ਹਾ ਕਰ ਲਿਆ ਤਾਂ ਕਿ ਕੋਈ ਗੜਬੜ ਹੋਣ ਤੇ ਇਹਨਾਂ ਨੂੰ ਕਾਬੂ ਕਰਕੇ ਬੈਂਕ ਅੰਦਰ ਲਿਜਾਇਆ ਜਾਵੇ। ਪਿਛਲੇ ਗੇਟ ਤੇ ਭਲਵਾਨ, ਮਥਰਾ ਸਿੰਘ ਤੇ ਚਰਨਜੀਤ ਸਿੰਘ ਖੜੇ ਸਨ ਤੇ ਇੱਕ ਬੈਂਕ ਦਾ ਗਾਰਡ ਵੀ ਖੜ੍ਹਾ ਸੀ। ਉਸ ਕੋਲ ਕੋਈ ਰਾਈਫਲ ਨਹੀਂ ਸੀ ਕਿਉਂਕਿ ਉਹਨਾਂ ਦੀਆਂ ਰਾਈਫਲਾਂ ਵੀ ਸਾਡੇ ਕਾਬੂ ਆ ਗਈਆਂ ਸਨ। ਉਸ ਗਾਰਡ ਨੂੰ ਮਥਰਾ ਸਿੰਘ ਹੋਰਾਂ ਕਿਹਾ ਸੀ ਕਿ ਜੇ ਕੋਈ ਗੜਬੜ ਕੀਤੀ ਤਾਂ ਗੋਲੀ ਮਾਰ ਦਿਆਂਗੇ। ਉਹ ਕਹਿੰਦਾ, ਮੈਨੂੰ ਗੋਲੀ ਨਾ ਮਾਰਿਓ, ਮੇਰੀਆਂ 5 ਲੜਕੀਆਂ ਵਿਆਹੁਣ ਵਾਲੀਆਂ ਨੇ, ਕੋਈ ਖਰਾਬੀ ਨਹੀਂ ਕਰਾਂਗਾ। ਹੁਣ ਜਦੋਂ ਪਿਛਲੇ ਗੇਟ ਰਾਹੀਂ ਮੁਲਾਜ਼ਮ ਤੇ ਗਾਹਕ ਬੈਂਕ ਅੰਦਰ ਜਾ ਰਹੇ ਸਨ ਤਾਂ ਮਥੁਰਾ ਸਿੰਘ ਤੇ ਭਲਵਾਨ ਕਈਆਂ ਨਾਲ ਹੱਥ ਮਿਲਾ ਰਹੇ ਸਨ, ਜਿਵੇਂ ਪਹਿਲਾਂ ਹੀ ਜਾਣਦੇ ਹੋਣ। ਗਾਰਡ ਵੀ ਬੜਾ ਖੁਸ਼ ਨਜ਼ਰ ਆ ਰਿਹਾ ਸੀ ਕਿਉਂਕਿ ਉਸ ਨੂੰ ਮਥੁਰਾ ਸਿੰਘ ਨੇ ਖੁਸ਼ ਰਹਿਣ ਲਈ ਕਿਹਾ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਇਸ ਤਰ੍ਹਾਂ ਬਿਨਾਂ ਗੜਬੜ ਤੋਂ ਸਾਰੇ ਮੁਲਾਜ਼ਮ ਬੈਂਕ ਅੰਦਰ ਚਲੇ ਗਏ। ਅੰਦਰ ਸਿੰਘਾਂ ਨੇ ਜਦੋਂ ਇੱਕ ਪਾਸੇ ਸਭ ਨੂੰ ਸਟੇਨਗਨਾਂ ਦੀ ਛਾਵੇਂ ਬਿਠਾਇਆ ਤਾਂ ਸਾਰੇ ਮੁਲਾਜ਼ਮ ਹੈਰਾਨ ਹੋ ਗਏ ਕਿ ਇਹ ਕੀ ਹੋ ਗਿਆ। ਮੈਂ ਵੀ ਬੈਂਕ ਅੰਦਰ ਚਲਾ ਗਿਆ। ਮੈਂ ਸਾਰਿਆਂ ਮੁਲਾਜ਼ਮਾਂ ਤੇ ਗਾਹਕਾਂ ਨੂੰ ਕਿਹਾ, ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ। ਹਾਂ, ਜੇ ਗੜਬੜ ਕੀਤੀ ਤਾਂ ਗੋਲੀ ਮਾਰ ਦੇਵਾਂਗੇ। ਅਸੀਂ ਬੈਂਕ ਲੁੱਟਣ ਆਏ ਹਾਂ, ਲੁੱਟ ਕੇ ਚਲੇ ਜਾਵਾਂਗੇ। ਤੁਹਾਡੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ, ਸਾਡੀ ਸਰਕਾਰ ਨਾਲ ਟੱਕਰ ਹੈ। ਫਿਰ ਮੈਂ ਬੈਂਕ ਦੇ ਬਾਹਰ ਆ ਗਿਆ ਤੇ ਕੰਟੀਨ ਤੇ ਬੈਠ ਕੇ ਬੈਂਕ ਦੀ ਸਾਰੀ ਦੇਖ-ਰੇਖ ਕਰਨ ਲੱਗਾ। ਕੁਝ ਦੇਰ ਬਾਅਦ ਇੱਕ 50 ਕੁ ਸਾਲ ਦਾ ਆਦਮੀ ਜਿਸ ਨੇ ਹੱਥ ਵਿੱਚ ਚੋਲਾ ਫੜਿਆ ਸੀ ਤੇ ਚਾਦਰ ਬੱਧੀ ਸੀ, ਉਹ ਆਦਮੀ ਗੇਟ ਤੇ ਪਹੁੰਚ ਕੇ ਇੱਕਦਮ ਇਸ ਤਰ੍ਹਾਂ ਪਿੱਛੇ ਮੁੜਿਆ ਜਿਵੇਂ ਕਿਸੇ ਨੂੰ ਪਤਾ ਹੀ ਨਾ ਲੱਗਾ ਹੋਵੇ ਤੇ ਕਿਸੇ ਨੇ ਵੇਖਿਆ ਨਾ ਹੋਵੇ। ਮੈਂ ਸਮਝ ਗਿਆ ਕਿ ਇਸ ਨੂੰ ਸ਼ੱਕ ਪੈ ਗਿਆ ਹੈ। ਮੈਂ ਵੀ ਉਸ ਦੇ ਪਿੱਛੇ ਤੁਰ ਪਿਆ ਤੇ ਮੈਂ ਉਸ ਨੂੰ ਇਸ ਤਰ੍ਹਾਂ ਆਵਾਜ਼ ਮਾਰੀ ਜਿਵੇਂ ਉਸ ਨੂੰ ਕੁਝ ਪੁੱਛਣਾ ਹੋਵੇ। ਇੰਨੇ ਚਿਰ ਨੂੰ ਮਥਰਾ ਸਿੰਘ ਤੇ ਚਰਨਜੀਤ ਵੀ ਬੈਂਕ ਤੋਂ ਬਾਹਰ ਆ ਗਏ ਕਿਉਂਕਿ ਗੇਟ ਤੇ ਉਹਨਾਂ ਨੂੰ ਉਸ ਆਦਮੀ ਬਾਰੇ ਪਤਾ ਲੱਗ ਗਿਆ ਸੀ। ਟੋਨੀ, ਰਾਜੂ ਨੂੰ ਵੀ ਮੈਂ ਇਸ਼ਾਰੇ ਨਾਲ ਬੁਲਾ ਲਿਆ। ਮੈਂ ਉਸ ਆਦਮੀ ਨੂੰ ਖਿਲਾਰ ਕੇ ਕਿਹਾ, ਬੈਂਕ ਅੰਦਰ ਚੱਲ, ਸਾਡੇ ਪੇਂਟ ਦੀਆਂ ਡੱਬਾਂ ਵਿੱਚ ਹਥਿਆਰ ਨੇ, ਅਸੀਂ ਪੁਲਿਸ ਵਾਲਿਆਂ, ਬੈਂਕ ਰੇਡ ਕੀਤਾ ਹੈ, ਇਸ ਕਰਕੇ ਤੂੰ ਸਾਡੇ ਨਾਲ ਬੈਂਕ ਅੰਦਰ ਚੱਲ ਪਾਓ, ਨਹੀਂ ਤਾਂ ਗੋਲੀ ਮਾਰ ਦਿਆਂਗੇ। ਪਰ ਉਹ ਨਾ ਮੰਨਿਆ। ਉਸਨੇ ਰੌਲਾ ਪਾ ਦਿੱਤਾ ਕਿ ਮੈਨੂੰ ਗੋਲੀ ਨਾ ਮਾਰਿਓ। ਅਸੀਂ ਸਾਰਿਆਂ ਨੇ ਉਸ ਨੂੰ ਫੜ ਕੇ ਬੈਂਕ ਅੰਦਰ ਲਿਜਾਣ ਦੀ ਕੋਸ਼ਿਸ਼ ਕੀਤੀ। ਉਹ ਜ਼ਮੀਨ ਤੇ ਲੇਟ ਗਿਆ। ਲੋਕ ਕਾਫੀ ਇਕੱਠੇ ਹੋ ਗਏ। ਮਥਰਾ ਸਿੰਘ ਵੀ ਛੱਡ ਕੇ ਖਲੋ ਗਿਆ ਕਿ ਕੰਮ ਖਰਾਬ ਹੋ ਗਿਆ ਹੈ, ਪਰ ਮੇਰੇ ਮਨ ਵਿੱਚ ਇੱਕਦਮ ਇੱਕ ਵਿਚਾਰ ਆਇਆ ਤੇ ਮੈਂ ਖਬਰਾਂ ਸਿੰਘ ਨੂੰ ਕਿਹਾ, ਅੰਦਰੋਂ ਬਾਪੂ ਨੂੰ ਬੁਲਾ ਲੈ। ਖਬਰਾਂ ਦਬਾਦਬ ਬਾਪੂ ਨੂੰ ਅੰਦਰੋਂ ਲੈ ਆਇਆ। ਬਾਪੂ ਮਲਕੀਤ ਸਿੰਘ ਨੇ ਹੌਲਦਾਰ ਦੀ ਵਰਦੀ ਪਾਈ ਸੀ ਤੇ ਰਾਈਫਲ ਫੜੀ ਸੀ। ਬਾਪੂ ਨੇ ਆ ਕੇ ਉਸ ਆਦਮੀ ਨੂੰ ਦਬਕਾ ਮਾਰਿਆ ਤੇ ਅੰਦਰ ਲੈ ਗਿਆ। ਬਾਪੂ ਦੀ ਉਮਰ ਜ਼ਿਆਦਾ ਹੋਣ ਕਰਕੇ ਤੇ ਪੁਲਿਸ ਦੀ ਵਰਦੀ ਪਾਈ ਵੇਖ ਕੇ ਕਿਸੇ ਨੂੰ ਬਿਲਕੁਲ ਸ਼ੱਕ ਨਾ ਹੋਇਆ। ਉਹ ਆਦਮੀ ਵੀ ਪੁਲਿਸ ਦੀ ਵਰਦੀ ਹੋਣ ਕਰਕੇ ਅੰਦਰ ਚਲਾ ਗਿਆ ਸੀ। ਸਾਰਿਆਂ ਨੇ ਸਮਝਿਆ ਕਿ ਪੁਲਿਸ ਦਾ ਮਾਮਲਾ ਹੈ। ਉਸ ਸਮੇਂ ਇੱਕ ਉਸੀ ਬੈਂਕ ਮੁਲਾਜ਼ਮ ਨੇ ਮੇਰੇ ਤੋਂ ਪੁੱਛਿਆ, ਕੀ ਗੱਲ ਹੋ ਗਈ, ਇਸ ਨੂੰ ਕਿਉਂ ਫੜ ਕੇ ਬੈਂਕ ਅੰਦਰ ਲੈ ਗਏ? ਮੈਂ ਕਿਹਾ, ਪਤਾ ਨਹੀਂ ਕੀ ਗੱਲ ਆ, ਮੈਨੂੰ ਪੁਲਿਸ ਵਾਲੇ ਨੇ ਹੱਥ ਪਵਾਉਣ ਲਈ ਕਿਹਾ, ਮੈਂ ਹੱਥ ਪਵਾ ਦਿੱਤਾ। ਉਹ ਬੈਂਕ ਮੁਲਾਜ਼ਮ ਸੀ, ਇਸ ਕਰਕੇ ਮੈਂ ਪੁਲਿਸ ਦੀ ਰੇਡ ਉਸ ਨੂੰ ਨਹੀਂ ਕਿਹਾ ਤੇ ਉਸ ਤੇ ਨਿਗਾਹ ਰੱਖਦਾ ਰਿਹਾ, ਪਰ ਉਸ ਨੂੰ ਕੋਈ ਸ਼ੱਕ ਨਹੀਂ ਪਿਆ ਤੇ ਉਹ ਵੀ ਬੈਂਕ ਅੰਦਰ ਚਲਾ ਗਿਆ। ਹੁਣ ਮੈਂ ਉਧਰ ਹੋਇਆ। ਜੋ ਲੋਕ ਬੈਂਕ ਦੇ ਅਹਾਤੇ ਤੋਂ ਬਾਹਰ ਇਹ ਝਗੜਾ ਦੇਖ ਕੇ ਇਕੱਠੇ ਹੋਏ ਸਨ, ਉਹਨਾਂ ਵੱਲ ਮੈਂ ਜਾਣ ਬੁੱਝ ਕੇ ਗਿਆ ਤਾਂ ਉਹਨਾਂ ਮੇਰੇ ਤੋਂ ਪੁੱਛਿਆ, ਕੀ ਗੱਲ ਹੋ ਗਈ ਸੀ? ਮੈਂ ਆਖਿਆ, ਸਾਲਾ ਮੈਂਟਲ ਬੁੜਾ ਪੁਲਿਸ ਵਾਲਿਆਂ ਨੂੰ ਗਾਲਾਂ ਕੱਢ ਰਿਹਾ ਸੀ, ਗਾਲਾਂ ਕੱਢੇਗਾ ਤਾਂ ਪੁਲਿਸ ਵਾਲੇ ਫੜਨਗੇ ਹੀ ਨਾ। ਉਹ ਸੁਣ ਕੇ ਚਲੇ ਗਏ। ਬਾਕੀਆਂ ਵੱਲ ਜੋ ਸੜਕ ਤੇ ਦੂਜੇ ਪਾਸੇ ਖੜੇ ਸੀ, ਰਾਜੂ ਨੂੰ ਭੇਜ ਕੇ ਇਹੀ ਗੱਲ ਅਖਵਾ ਦਿੱਤੀ ਤੇ ਉਹ ਵੀ ਚਲੇ ਗਏ। ਇਸ ਤਰ੍ਹਾਂ ਕਿਸੇ ਨੂੰ ਸ਼ੱਕ ਨਾ ਹੋਇਆ ਤੇ ਮੈਂ ਚਾਹ ਵਾਲੀ ਕੰਟੀਨ ਤੇ ਚਲਾ ਗਿਆ। ਫਿਰ ਇੱਕ ਨੌਜਵਾਨ ਮੁੰਡਾ ਆਇਆ, ਉਹ ਵੀ ਗੇਟ ਤੋਂ ਬੁੱਢੇ ਵਾਂਗ ਹੀ ਮੁੜ ਗਿਆ। ਉਸ ਵੀ ਸ਼ੱਕ ਪੈ ਗਿਆ ਸੀ। ਮੈਂ ਉਸ ਨੂੰ ਵੀ ਬੁੱਢੇ ਵਾਂਗ ਗੱਲ ਕਰਨ ਦੇ ਬਹਾਨੇ ਨਾਲ ਰੋਕ ਲਿਆ। ਟੋਨੀ ਵੀ ਮੇਰੇ ਕੋਲ ਉਸੇ ਸਮੇਂ ਆ ਗਿਆ। ਚਰਨਜੀਤ ਬੈਂਕ ਗੇਟ ਤੇ ਖੜਾ ਸੀ, ਪੂਰੀ ਤਿਆਰੀ ਵਿੱਚ ਸੀ।
उस नौजवान मुंडे ਨੂੰ मैं आख्या कि असी सारी बैंक घेरी हुई है, इस करके चुप करके साडे नाल बैंक अंदर चल। उसने बिल्कुल जिद ना कीती, कहंदा चल लो, ते मेरे नाल बैंक दे दरवाजे ਨੂੰ ਤੁਰ ਪਿਆ। पर मैनू शक सी कि ਇਹ ਜ਼ਰੂਰ ਭੱਜਣ ਦੀ ਕੋਸ਼ਿਸ਼ ਕਰੇਗਾ। बैंक ਦੇ ਪਿਛਲੇ ਪਾਸੇ बैंक ਦਾ ਟ੍ਰੇਨਿੰਗ ਸੈਂਟਰ ਸੀ, ਕਾਫੀ ਵੱਡਾ ਸੀ। ਉਸ ਸਾਈਡ ਤੇ 10 ਫੁੱਟ ਉੱਚਾ ਲੋਹੇ ਦਾ ਜੰਗਲਾ ਸੀ। ਉਹ ਨੌਜਵਾਨ ਮੁੰਡਾ ਜਦੋਂ ਬੈਂਕ ਦੇ ਦਰਵਾਜ਼ੇ ਕੋਲ ਗਿਆ ਤਾਂ ਇੱਕਦਮ ਬੈਂਕ ਦੇ ਪਿਛਲੇ ਪਾਸੇ ਜੰਗਲੇ ਵੱਲ ਭੱਜ ਉੱਠਿਆ। ਮੈਂ ਤੇ ਚਰਨਜੀਤ ਸਿੰਘ ਨੇ ਉਸ ਨੂੰ ਫੜ ਲਿਆ। ਉਹ ਮੁੰਡਾ ਬਹੁਤ ਜ਼ਿਆਦਾ ਡਰ ਗਿਆ ਸੀ ਤੇ ਕਹਿੰਦਾ ਮੈਨੂੰ ਮਾਰਿਓ ਨਾ। ਅਸੀਂ ਉਸ ਨੂੰ ਫੜ ਕੇ ਕੰਟੀਨ ਕੋਲ ਲੈ ਗਏ ਤੇ ਉਸ ਨੂੰ ਹੌਸਲਾ ਦਿੱਤਾ। ਕਮਲਿਆ ਤੈਨੂੰ ਅਸੀਂ ਕਿਉਂ ਮਾਰਨੇ? ਉਹ ਕਹਿੰਦਾ ਮੈਨੂੰ ਇੱਥੇ ਹੀ ਬਿਠਾ ਛੱਡੋ, ਬੈਂਕ ਅੰਦਰ ਨਾ ਖੜਿਓ। मैं इत्थे ही बैठा रहांगा, रौला नहीं पावांगा। मैं आख्या ठीक इत्थे ही बैठा रहे। थोड़े समय बाद मैं आख्या वेख तू भज रहा सी ते ओ साडा पुलिस राजीव वाला राइफल लैके खड़ा है। उसने तेरे पिछे गोली चला देनी सी ते जे तैनू मारना होवे तां कि हुण असीं इत्थे नहीं मार सकदे, पर असीं तैनू मारना क्यों है? एवें डरी जाना, तैनू कुछ नहीं कहांगे। ओ वेख कंटीन वाला इसनू सारा कुछ पता है, ਇਹ ਵੀ ਚੁੱਪ ਕਰਕੇ ਖੜਾ ਹੀ ਹੈ, ਇਸ ਨੂੰ ਅਸੀਂ ਕੁਝ ਨਹੀਂ ਕਹਿੰਦੇ। ਇਸ ਕਰਕੇ ਤੂੰ ਵੀ ਬੈਂਕ ਅੰਦਰ ਚੱਲ। ਉਹ ਮੇਰੀ ਪਿਆਰ ਨਾਲ ਗੱਲ ਮੰਨ ਕੇ ਬੈਂਕ ਅੰਦਰ ਚਲਾ ਗਿਆ। ਅੰਦਰ ਜਾ ਕੇ ਉਸ ਨੂੰ ਦੂਸਰਿਆਂ ਵਿੱਚ ਬਿਠਾ ਦਿੱਤਾ। ਫਿਰ ਜਿਨ੍ਹਾਂ ਨੇ ਉਸ ਨੂੰ ਭੱਜਦਿਆਂ ਵੇਖਿਆ ਸੀ, ਉਹਨਾਂ ਵੱਲ ਮੈਂ ਤੁਰ ਪਿਆ। ਉਹ ਜੰਗਲੇ ਦੇ ਦੂਜੇ ਪਾਸੇ ਟ੍ਰੇਨਿੰਗ ਸੈਂਟਰ ਵੱਲ ਟ੍ਰੇਨਿੰਗ ਲੈਣ ਵਾਲੇ ਸਨ ਤੇ ਉਹਨਾਂ ਵਿੱਚ ਹੀ ਰਾਜੂ ਖੜਾ ਸੀ। ਉਹਨਾਂ ਨੇ ਮੈਨੂੰ ਪੁੱਛਿਆ ਇਹ ਕੀ ਹੋ ਰਿਹਾ ਹੈ? ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ CBI ਵਾਲੇ ਹਾਂ ਤੇ ਅਸੀਂ ਬੈਂਕ ਵਿੱਚ ਰੇਡ ਕੀਤਾ ਹੈ, ਕੁਝ ਬੈਂਕ ਫਰਾਡ ਤੇ ਗਲਤ ਕਰੰਸੀ ਕਰਕੇ। ਤਾਂ ਉਹ ਮੈਨੂੰ ਕਹਿੰਦੇ ਸਾਨੂੰ ਤਾਂ ਕੁਝ ਸਮਝ ਨਹੀਂ ਆਉਂਦੀ। ਮੈਂ ਆਖਿਆ CBI ਕਿਸ ਕੰਮ ਦੀ ਜੇ ਤੁਹਾਨੂੰ ਹੀ ਕੁਝ ਸਮਝ ਆ ਗਈ ਤਾਂ? ਉਹ ਵੀ ਹੈਰਾਨ ਹੋ ਕੇ ਪਿੱਛੇ ਨੂੰ ਤੁਰ ਪਏ। ਮੈਂ ਵੀ ਵਾਪਸ ਕੰਟੀਨ ਵੱਲ ਆ ਗਿਆ ਤੇ ਰਾਜੂ ਨੂੰ ਇਸ਼ਾਰੇ ਨਾਲ ਉਹਨਾਂ ਤੇ ਨਜ਼ਰ ਰੱਖਣ ਲਈ ਕਿਹਾ, ਕਿਤੇ ਸ਼ੱਕ ਨਾ ਪੈ ਗਿਆ ਹੋਵੇ। ਪਰ ਉਹਨਾਂ ਨੂੰ ਸ਼ੱਕ ਨਹੀਂ ਸੀ ਪਿਆ। ਫਿਰ ਭਲਵਾਨ ਹੋਰਾਂ ਨੇ ਓਨੀ ਦੇਰ ਨੂੰ ਮੋਨ ਗੇਟ ਖੁਲਵਾ ਲਿਆ ਤੇ ਪਿਛਲਾ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਵੀ ਬੈਂਕ ਅੰਦਰ ਚਲਾ ਗਿਆ। ਬੈਂਕ ਅੰਦਰ ਭਲਵਾਨ ਵੀਰ ਹੋਰਾਂ ਨੇ ਬੈਂਕ ਦੇ ਕੁਝ ਮੁਲਾਜ਼ਮ ਇੱਕ ਪਾਸੇ ਬਿਠਾ ਲਏ ਸਨ। ਉਹਨਾਂ ਨੂੰ ਕਿਹਾ ਸੀ ਕਿ ਜਦੋਂ ਕੈਸ਼ੀਅਰ ਤੇ ਬੈਂਕ ਮੈਨੇਜਰ, ਏਰੀਆ ਮੈਨੇਜਰ ਬੈਂਕ ਵਿੱਚ ਆਉਣ ਤਾਂ ਉਹਨਾਂ ਬਾਰੇ ਸਾਨੂੰ ਦੱਸ ਦੇਣਾ। ਇਸ ਤਰ੍ਹਾਂ ਕੋਈ ਕੈਸ਼ੀਅਰ ਆਉਂਦਾ ਤਾਂ ਬੈਂਕ ਮੁਲਾਜ਼ਮ ਬੜੇ ਜੋਸ਼ ਨਾਲ ਹੱਥ ਕਰਕੇ ਕਹਿੰਦਾ ਕੈਸ਼ੀਅਰ ਆ ਗਿਆ ਹੈ। ਮੈਨੇਜਰ ਬਾਰੇ ਵੀ ਉਹਨਾਂ ਸਾਨੂੰ ਦੱਸ ਦਿੱਤਾ ਅਤੇ ਅਸੀਂ ਸਾਰੇ ਕੈਸ਼ੀਅਰ ਇੱਕ ਸਾਈਡ ਤੇ ਬਿਠਾ ਲਏ। ਬੈਂਕ ਵਿੱਚ ਮੇਨ ਗੇਟ ਤੋਂ ਥੋੜਾ ਅੱਗੇ ਇੱਕ ਗੇਟ ਸੀ, ਉੱਥੇ ਸ਼ੀਸ਼ਾ ਲੱਗਾ ਸੀ। ਉਸ ਵਿੱਚ ਮਥਰਾ ਸਿੰਘ, ਚਾਚਾ ਤੇ ਭਲਵਾਨ ਖੜੇ ਸੀ। ਭਲਵਾਨ ਹੌਲਦਾਰ ਦੀ ਵਰਦੀ ਵਿੱਚ ਸੀ ਤੇ ਸਟੈਨਗਨ ਫੜੀ ਸੀ। ਮਥਰਾ ਸਿੰਘ ਸਿਵਲ ਕੱਪੜਿਆਂ ਵਿੱਚ ਸੀ। ਜਦੋਂ ਵੀ ਕੋਈ ਅੰਦਰ ਆਉਂਦਾ ਤਾਂ ਕੋਈ ਸ਼ੱਕ ਨਾ ਹੁੰਦਾ। ਜਦੋਂ ਉਸ ਨੂੰ ਦੂਸਰਿਆਂ ਵਿੱਚ ਬਿਠਾਇਆ ਜਾਂਦਾ ਤਾਂ ਉਸ ਨੂੰ ਸਮਝ ਆਉਂਦੀ। ਬਾਕੀ ਜੋ ਬਿਲਡਿੰਗ ਵਾਲੇ ਮੁਲਾਜ਼ਮ ਸਨ, ਉਹ ਵੀ ਬੈਂਕ ਦੇ ਅੰਦਰੋਂ ਹੀ ਉੱਪਰ ਚੜ੍ਹਦੇ ਸਨ। ਉਹਨਾਂ ਨੂੰ ਵੀ ਉੱਪਰ ਨਾ ਚੜ੍ਹਨ ਦਿੱਤਾ ਤੇ ਹੇਠਾਂ ਹੀ ਬੈਂਕ ਵਿੱਚ ਬਿਠਾ ਛੱਡਿਆ। ਫਿਰ ਮੈਂ, ਬਾਵਾ ਤੇ ਬਿਟ ਬੈਂਕ ਦੀ ਸੇਵਾ ਵੱਲ ਕੈਸ਼ੀਅਰਾਂ ਨੂੰ ਲੈ ਕੇ ਗਏ। ਸੇਫ ਅੰਡਰਗਰਾਉਂਡ ਕਮਰਿਆਂ ਵਿੱਚ ਸੀ। ਬੈਂਕ ਸੇਫ ਵਿੱਚ 25 ਲੱਖ ਰੁਪਏ ਸਨ। ਮੈਂ ਤੇ ਮੰਜੂ ਨੇ ਬੈਂਕ ਦੇ ਪੈਸੇ ਪਾਉਣ ਲਈ 15 ਬੋਰੀਆਂ ਵੱਡੀਆਂ ਕਣਕ ਪਾਉਣ ਵਾਲੀਆਂ ਖਰੀਦੀਆਂ ਸਨ ਤੇ ਉਹ ਛੋਟੇ ਟਰੱਕ ਵਿੱਚ ਰੱਖੀਆਂ ਸਨ। ਟਰੱਕ ਬੈਂਕ ਤੋਂ ਥੋੜੀ ਦੂਰ ਖੜਾ ਕੀਤਾ ਸੀ। ਮੈਂ ਟਰੱਕ ਲਿਆ ਕੇ ਬੈਂਕ ਦੇ ਸਾਹਮਣੇ ਖੜਾ ਕਰ ਦਿੱਤਾ ਤੇ ਬੋਰੀਆਂ ਅਜਮੇਰ ਸਿੰਘ ਪ੍ਰਧਾਨ, ਅੰਮ੍ਰਿਤਸਰ, ਨੂੰ ਚੁਕਾ ਕੇ ਬੈਂਕ ਅੰਦਰ ਲੈ ਗਿਆ। ਰਾਜੀਵੀਰ ਪੁਲਿਸ ਵਰਦੀ ਵਿੱਚ ਮੇਨ ਗੇਟ ਤੇ ਪੂਰੀ ਤਰ੍ਹਾਂ ਡਿਊਟੀ ਦੇ ਰਿਹਾ ਸੀ। ਭਲਵਾਨ ਤੇ ਮਥਰਾ ਸਿੰਘ, ਜੋ ਵੀ ਬਾਹਰੋਂ ਆਉਂਦਾ ਉਹਨਾਂ ਨੂੰ ਪਿਆਰ ਨਾਲ ਅੰਦਰ ਬਿਠਾਈ ਜਾਂਦੇ। ਰਾਜ ਬੈਂਕ ਦੇ ਅੱਗੇ ਪਿੱਛੇ ਪੈਟਰੋਲਿੰਗ ਕਰਦਾ ਸੀ। ਉਸ ਨੂੰ ਕੰਟੀਨ ਵਾਲੇ ਕੋਲ ਖੜਾ ਕਰ ਦਿੱਤਾ ਸੀ। ਹੁਣ ਉਹ ਖਿਆਲ ਰੱਖਦਾ ਸੀ ਕਿ ਕੰਟੀਨ ਵਾਲਾ ਕਿਸੇ ਨਾਲ ਗੱਲ ਨਾ ਕਰੇ। ਬੈਂਕ ਅੰਦਰ ਸੈਂਕੜਿਆਂ ਦੀ ਗਿਣਤੀ ਵਿੱਚ ਮਰਦ, ਔਰਤਾਂ, ਬੱਚੇ, ਬੁੱਢੇ ਇਕੱਠੇ ਹੋ ਚੁੱਕੇ ਸਨ। ਅਸੀਂ ਜਦੋਂ ਕੋਈ ਬਜ਼ੁਰਗ ਆਉਂਦਾ ਤਾਂ ਉਹਨਾਂ ਨੂੰ ਕੁਰਸੀਆਂ ਤੇ ਬਿਠਾਉਂਦੇ ਤੇ ਇੱਜ਼ਤ ਸਨਮਾਨ ਦਿੰਦੇ। ਸਾਰੇ ਬੈਂਕ ਵਿਚਲੇ ਬੰਦੇ ਤੇ ਔਰਤਾਂ ਬਿਲਕੁਲ ਨਹੀਂ ਸਨ ਡਰ ਰਹੇ ਤੇ ਸਾਨੂੰ ਪੂਰਾ ਸਹਿਯੋਗ ਦੇ ਰਹੇ ਸਨ। ਜੋ ਬੈਂਕ ਵਿੱਚ ਲੜਕੀਆਂ ਨੌਕਰੀ ਕਰਦੀਆਂ ਸਨ, ਮੈਨੂੰ ਆਵਾਜ਼ ਮਾਰ ਕੇ ਕੋਲ ਸੱਦ ਕੇ ਕਹਿੰਦੀਆਂ, ਭਰਾ ਜੀ ਤੁਸੀਂ ਸਾਡੇ ਅਫਸਰਾਂ ਨੂੰ ਥੋੜਾ ਜਿਹਾ ਦਬਕਾ ਮਾਰ ਦਿਓ, ਕਿਉਂਕਿ ਸਾਡੇ ਅਫਸਰ ਸਾਨੂੰ ਰੋਜ਼ ਹੀ ਡਾਂਟਦੇ ਹਨ ਕਿ ਤੁਸੀਂ ਲੇਟ ਆਉਂਦੀਆਂ ਹੋ।
ਇਸ ਤਰ੍ਹਾਂ ਹੋਰ ਕਈ ਆਪਣੀਆਂ ਸ਼ਿਕਾਇਤਾਂ ਸਾਨੂੰ ਦੱਸਦੇ ਤੇ ਸਾਰੇ ਜਣੇ ਕਾਫੀ ਖੁਸ਼ ਸਨ। 3-4 ਔਰਤਾਂ ਬਾਹਰੋਂ ਆਈਆਂ। ਉਹਨਾਂ ਵਿੱਚੋਂ ਕੁਝ ਔਰਤਾਂ ਇਹ ਸਾਰੀ ਕਾਰਵਾਈ ਵੇਖ ਕੇ ਡਰ ਗਈਆਂ, ਪਰ ਇੱਕ ਔਰਤ ਨੇ ਕਿਹਾ, ਡਰੋ ਨਾ, ਆ ਜਾਓ, ਆਪਣੇ ਹੀ ਬੱਚੇ ਨੇ। ਉਹ ਔਰਤ ਬਾਕੀਆਂ ਨਾਲੋਂ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਉਹ ਔਰਤਾਂ ਜੋ ਗੁਰਦੁਆਰੇ ਤੋਂ ਪ੍ਰਸ਼ਾਦ ਲਿਆਈਆਂ ਸਨ, ਸਾਨੂੰ ਛਕਾਇਆ ਤੇ ਉਹਨਾਂ ਨੂੰ ਵੀ ਅਸੀਂ ਕੁਰਸੀਆਂ ਤੇ ਬਿਠਾਇਆ ਤੇ ਇੱਜ਼ਤ ਦਿੱਤੀ। ਉਸ ਬੈਂਕ ਵਿਚਲੀ ਮੇਨ ਸੇਫ 66 ਗਾਰਡਾਂ ਦੇ ਕਮਰਿਆਂ ਕੋਲ ਸੀ। ਉੱਥੇ ਮੈਂ, ਬਾਬਾ ਧੰਨਾ ਸਿੰਘ, ਬਾਵਾ ਤੇ ਮੰਜੂ ਚਲੇ ਗਏ। ਇਹਨਾਂ ਸੇਵਾਨ ਦਾ ਕੈਸ਼ੀਅਰ ਨਾ ਮਿਲਿਆ। ਅਸੀਂ ਕਾਫੀ ਵਾਰ ਬੈਂਕ ਵਿੱਚ ਕਿਹਾ ਕਿ ਕੈਮੀਅਰ ਖੜ੍ਹਾ ਹੋਵੇ। ਕੈਸ਼ੀਅਰ ਡਰਦਾ ਹੀ ਨਾ ਹੋਇਆ, ਕਿਉਂਕਿ ਹਰ ਕੋਈ ਦਹਿਸ਼ਤ ਕਰਕੇ ਕੋਲ ਨਹੀਂ ਸੀ ਆਉਣਾ ਚਾਹੁੰਦਾ। ਮੈਂ ਸਾਰਿਆਂ ਆਦਮੀਆਂ ਵਿੱਚੋਂ ਇੱਕ ਆਦਮੀ ਨੂੰ ਖੜ੍ਹਾ ਕਰਕੇ ਕਿਹਾ ਕਿ 66 ਦੇ ਕੈਸ਼ੀਅਰ ਬਾਰੇ 5 ਦੀ ਗਿਣਤੀ ਕਰਨ ਤੱਕ ਦੱਸ ਦੇ, ਨਹੀਂ ਤਾਂ ਖੜ੍ਹਾ ਗੋਲੀ ਮਾਰ ਦਿਆਂਗਾ। ਮੈਂ ਪਿਸਟਲ ਉਸ ਦੇ ਕੰਨ ਤੇ ਲਾ ਦਿੱਤਾ। ਉਹ ਬਹੁਤ ਡਰ ਗਿਆ ਤੇ ਕਹਿੰਦਾ, ਮੈਨੂੰ ਮਾਰਿਓ ਨਾ, ਮੈਨੂੰ ਬਿਲਕੁਲ ਨਹੀਂ ਪਤਾ, ਮੈਂ ਪੈਸੇ ਕਢਵਾਉਣ ਆਇਆ ਹਾਂ। ਮੈਂ ਸੋਚਿਆ ਇਹ ਫਾਰਮੂਲਾ ਫੇਲ ਹੋ ਗਿਆ। ਫਿਰ ਮੈਂ ਸਾਰੀ ਬੈਂਕ ਵਿੱਚ ਆਵਾਜ਼ ਦਿੱਤੀ ਕਿ ਮੈਂ 3 ਆਦਮੀ ਮਾਰਾਂਗਾ। ਫਿਰ ਜਦੋਂ ਕੈਸ਼ੀਅਰ ਦਾ ਪਤਾ ਲੱਗ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਮੇਰੀ ਆਵਾਜ਼ ਸੁਣਦੇ ਹੀ ਇੱਕ ਆਦਮੀ ਭੱਜਾ ਆਇਆ ਤੇ ਕਹਿੰਦਾ, ਮੈਂ ਹੀ ਕੈਸ਼ੀਅਰ ਹਾਂ, ਮੈਨੂੰ ਮਾਫ਼ ਕਰ ਦਿਓ, ਮੈਨੂੰ ਪਹਿਲਾਂ ਸੁਣਿਆ ਨਹੀਂ ਸੀ। ਉਹ ਕੈਸ਼ੀਅਰ ਬਹੁਤ ਡਰਿਆ ਹੋਇਆ ਸੀ। ਮੈਂ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ, ਅਸੀਂ ਤੈਨੂੰ ਕੁਝ ਨਹੀਂ ਕਹਾਂਗੇ, ਤੂੰ ਬਿਲਕੁਲ ਬੇਫਿਕਰ ਰਹੇ। ਅਸੀਂ ਪੈਸੇ ਲੈਣ ਆਏ ਹਾਂ, ਲੈ ਕੇ ਚਲੇ ਜਾਵਾਂਗੇ। ਕੈਸ਼ੀਅਰ ਨੂੰ ਸੇਫ 66 ਵਿੱਚ ਲਿਜਾ ਕੇ ਸੇਵਾਨ ਖੋਲ੍ਹੀਆਂ ਤਾਂ ਪੁਰਾਣੇ 100 ਤੋਂ 100 ਦੇ ਨੋਟਾਂ ਦੀਆਂ ਗੱਠੀਆਂ ਬੋਰੀਆਂ ਵਿੱਚ ਭਰਨੀਆਂ ਸ਼ੁਰੂ ਕਰ ਦਿੱਤੀਆਂ। ਥਾਵਾ ਤੇ ਮੰਜੂ ਵੀਰ 66 ਵਿੱਚੋਂ ਨੋਟਾਂ ਦੀਆਂ ਗੱਠੀਆਂ ਹੇਠਾਂ ਸੁੱਟੀ ਜਾਣ ਤੇ ਬੈਂਕ ਦੇ ਮੁਲਾਜ਼ਮ ਬੋਰੀਆਂ ਵਿੱਚ ਭਰੀ ਜਾਣ। ਕੋਲ ਹੀ ਵੀਰ ਧੰਨਾ ਸਿੰਘ ਖੜਾ ਖਾਲਿਸਤਾਨ ਬਾਰੇ ਲੈਕਚਰ ਦੇ ਰਿਹਾ ਸੀ ਤੇ ਬੈਂਕ ਵਾਲਿਆਂ ਨੂੰ ਹੌਸਲਾ ਦੇ ਰਿਹਾ ਸੀ। ਬੈਂਕ ਵਾਲੇ ਹਿੰਦੂ, ਸਿੱਖ ਸਾਰੇ ਹੀ ਬਹੁਤ ਸਹਿਯੋਗ ਦੇ ਰਹੇ ਸਨ। ਮੈਂ ਉਹਨਾਂ ਨੂੰ ਆਖਿਆ, ਤੁਸੀਂ ਜਿੰਨਾ ਵੀ ਛੇਤੀ ਹੋ ਸਕਦਾ ਹੈ ਸਾਨੂੰ ਪੈਸੇ ਦੇ ਕੇ ਤੋਰੋ, ਕਿਉਂਕਿ ਪੁਲਿਸ ਆ ਗਈ ਤਾਂ ਮੁਕਾਬਲਾ ਹੋ ਜਾਵੇਗਾ, ਉਸ ਵਿੱਚ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ। ਇਸ ਕਰਕੇ ਵੀ ਉਹ ਸਾਨੂੰ ਬਹੁਤ ਛੇਤੀ ਤੋਰਨਾ ਚਾਹੁੰਦੇ ਸਨ ਤੇ ਇੱਕ ਦੂਸਰੇ ਨੂੰ ਕਹਿੰਦੇ ਕਿ ਤੂੰ ਬੋਰੀ ਵਿੱਚ ਪੈਸੇ ਘੱਟ ਪਾਏ ਨੇ, ਹੋਰ ਪਾ। ਇਸ ਤਰ੍ਹਾਂ ਬੈਂਕ ਵਾਲੇ ਆਪ ਪੂਰੀ ਤਰ੍ਹਾਂ ਬੋਰੀਆਂ ਭਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਮੈਂ ਉੱਪਰ ਬੈਂਕ ਵਿੱਚ ਗਿਆ ਤਾਂ ਉੱਥੇ ਟੋਪੀ ਕਿਸੇ ਦੀ ਬਿੱਟੂ ਵੀਰ ਨੇ ਮੈਨੂੰ ਦੇ ਦਿੱਤੀ। ਮੈਂ ਉਹ ਟੋਪੀ ਸਿਰ ਤੇ ਪਹਿਨ ਲਈ। ਕੁਝ ਭਈਏ ਬੈਂਕ ਵਿੱਚ ਆਏ ਸਨ, ਉਹਨਾਂ ਨੂੰ ਸੇਫ ਵਿੱਚ ਲੈ ਗਿਆ। ਉਹਨਾਂ ਭਈਆਂ ਦੇ ਸਿਰ ਉੱਪਰ ਤੇ ਕੁਝ ਦੇ ਮੋਢਿਆਂ ਤੇ ਬੋਰੀਆਂ ਰੱਖੀਆਂ ਅਤੇ ਮੈਂ ਤੇ ਭਲਵਾਨ ਉਹਨਾਂ ਦੇ ਨਾਲ ਬੋਰੀਆਂ ਟਰੱਕ ਤੇ ਰਖਾਉਂਦੇ ਰਹੇ। ਮੈਂ ਕਈ ਵਾਰ ਬੈਂਕ ਦੇ ਬਾਹਰ ਆ ਕੇ ਸਾਰੇ ਸਿੰਘਾਂ ਤੇ ਬਾਹਰ ਦੇ ਹਾਲਾਤਾਂ ਬਾਰੇ ਵੀ ਜਾਣਕਾਰੀ ਲੈ ਲੈਂਦਾ ਸੀ। ਬੈਂਕ ਵਾਲਿਆਂ ਨਾਲ ਕਾਫੀ ਸਮਾਂ ਇਕੱਠਾ ਰਹਿਣ ਕਰਕੇ ਬੈਂਕ ਵਾਲਿਆਂ ਨਾਲ ਅਸੀਂ ਕਾਫੀ ਨੇੜਤਾ ਬਣਾ ਲਈ ਤੇ ਬੈਂਕ ਵਾਲੇ ਵੀ ਸਾਡੇ ਨਾਲ ਗੱਲਾਂ ਕਰਦੇ ਤੇ ਬਿਲਕੁਲ ਹੀ ਸਾਨੂੰ ਆਪਣਾ ਸਮਝਣ ਲੱਗ ਪਏ ਤੇ ਸਿਫਤਾਂ ਕਰਨ ਲੱਗੇ। ਅਸੀਂ ਸਾਰੀ ਬੈਂਕ ਵਿੱਚ ਸਾਰਿਆਂ ਨੂੰ ਆਖਿਆ, ਕਿਸੇ ਨੂੰ ਵੀ ਪੈਸੇ ਦੀ ਜ਼ਰੂਰਤ ਹੈ ਤਾਂ ਜਿੰਨੀ ਲੋੜ ਹੈ ਲੈ ਸਕਦਾ ਹੈ। ਜੇਕਰ ਇੱਥੇ ਨਹੀਂ ਕੋਈ ਪੈਸਾ ਲੈਣਾ ਚਾਹੁੰਦਾ ਤਾਂ ਸਾਨੂੰ ਆਪਣਾ ਐਡਰੈਸ ਦੇ ਦਿਓ, ਅਸੀਂ ਪੈਸੇ ਘਰ ਭੇਜ ਦੇਵਾਂਗੇ। ਪਰ ਕਿਸੇ ਨੇ ਵੀ ਪੈਸਾ ਲੈਣ ਅਤੇ ਐਡਰੈਸ ਦੇਣ ਦੀ ਹਿੰਮਤ ਨਾ ਕੀਤੀ। ਧੰਨਾ ਸਿੰਘ ਵੀਰ ਨੇ ਬੈਂਕ ਅੰਦਰ ਖਾਲਿਸਤਾਨ ਬਾਰੇ ਕਾਫੀ ਲੈਕਚਰ ਕੀਤਾ। ਮੈਂ ਤੇ ਭਲਵਾਨ ਬੋਰੀਆਂ ਭਰ ਕੇ ਟਰੱਕ ਵਿੱਚ ਰੱਖੀ ਜਾ ਰਹੇ ਸੀ। ਚਰਨਜੀਤ ਸਿੰਘ ਵੀਰ ਵੀ ਬੈਂਕ ਦੇ ਬਾਹਰ ਆ ਕੇ ਬਾਹਰ ਦਾ ਹਾਲ ਚਾਲ ਵੇਖ ਰਿਹਾ ਸੀ ਤੇ ਏਰੀਆ ਮੈਨੇਜਰ ਦੀ ਕਾਰ ਦੇ ਡਰਾਈਵਰ ਨਾਲ ਗੱਲਾਂ ਕਰ ਰਿਹਾ ਸੀ। ਏਰੀਆ ਮੈਨੇਜਰ ਦੀ ਬੈਂਕ ਦੇ ਅੰਦਰ ਸਿੰਘਾਂ ਦੇ ਕਾਬੂ ਵਿੱਚ ਸੀ। ਡਰਾਈਵਰ ਨੌਜਵਾਨ ਸਰਦਾਰ ਸੀ। ਉਹ ਚਰਨਜੀਤ ਨੂੰ ਕਹਿੰਦਾ ਕਿ ਸਰਕਾਰ ਸਰੇਆਮ ਬੋਰੀਆਂ ਵਿੱਚ ਪੈਸੇ ਲਿਜਾ ਰਹੀ ਹੈ। ਚਰਨਜੀਤ ਨੂੰ ਲੱਗਿਆ ਡਰਾਈਵਰ ਨੂੰ ਸ਼ੱਕ ਹੋ ਗਿਆ। ਚਰਨਜੀਤ ਨੇ ਮੈਨੂੰ ਇਸ਼ਾਰੇ ਨਾਲ ਕਿਹਾ ਕਿ ਕਰ ਦੇਈਏ ਡਰਾਈਵਰ ਨੂੰ ਵੀ ਅੰਦਰ। ਮੈਂ ਬਹਾਨੇ ਜਿਹੇ ਨਾਲ ਚਰਨਜੀਤ ਨੂੰ ਬੁਲਾ ਕੇ ਕਿਹਾ ਕਿ ਇਸ ਤੇ ਨਜ਼ਰ ਰੱਖ, ਜੋ ਖਰਾਬੀ ਕਰੇਗਾ ਤਾਂ ਕਾਰ ਵਿੱਚ ਹੀ ਬਿਠਾ ਲਈਂ, ਅੰਦਰ ਖੜਨਾ ਠੀਕ ਨਹੀਂ। ਇਸ ਤਰ੍ਹਾਂ ਚਰਨਜੀਤ ਡਰਾਈਵਰ ਕੋਲ ਖੜਾ ਰਿਹਾ ਤੇ ਹਾਸੇ ਦੀਆਂ ਗੱਲਾਂ ਕਰਦਾ ਰਿਹਾ। ਮੈਂ ਜਦੋਂ ਲਾਭ ਸਿੰਘ ਹੋਰਾਂ ਦੀ ਵੈਨ ਵੱਲ ਗਿਆ ਤਾਂ ਉਹਨਾਂ ਮੈਨੂੰ ਛੇਤੀ ਕਰਨ ਦਾ ਇਸ਼ਾਰਾ ਕੀਤਾ, ਕਿਉਂਕਿ ਬੈਂਕ ਵਿੱਚ ਸਾਨੂੰ 2 ਘੰਟੇ ਤੋਂ ਉੱਪਰ ਸਮਾਂ ਹੋ ਗਿਆ ਸੀ। ਲਾਭ ਸਿੰਘ ਵੀਰ ਹੋਰੀ ਨਾਲੇ ਇਸ਼ਾਰੇ ਕਰ ਰਹੇ ਸੀ ਤੇ ਨਾਲੇ ਮੇਰੇ ਵੱਲ ਵੇਖ ਕੇ ਹੱਸ ਰਹੇ ਸੀ। ਜਦੋਂ ਅਸੀਂ ਟਰੱਕ ਵਿੱਚ ਬੋਰੀਆਂ ਲੱਦ ਰਹੇ ਸੀ ਤਾਂ ਮਥਰਾ ਸਿੰਘ ਹਰ ਵਾਰੀ ਲੰਘਦਿਆਂ ਨੂੰ ਕਹਿੰਦਾ ਰਹਿੰਦਾ ਸੀ ਕਿ ਬਸ ਕਰੋ, ਬਹੁਤ ਹੋ ਗਏ ਹਨ। ਬੈਂਕ ਵਿੱਚ 100 ਤੋਂ 100 ਦੇ ਨਵੇਂ ਨੋਟ ਵੀ ਬਹੁਤ ਸਨ, ਪਰ ਅਸੀਂ ਪੁਰਾਣੇ 100 ਦੇ ਨੋਟ ਹੀ ਲਏ। ਸਾਰੇ 100 ਰੁਪਏ ਵਾਲੇ ਨੋਟ ਲਏ, ਦੂਸਰੇ ਨਹੀਂ ਲਏ।
15 ਬੋਰੀਆਂ 100 ਤੋਂ 100 ਦੇ ਨੋਟਾਂ ਨਾਲ ਉੱਪਰ ਤੱਕ ਭਰ ਗਈਆਂ ਸਨ। ਬੋਰੀਆਂ ਕੱਟ ਜਾਣ ਕਰਕੇ ਅਸੀਂ ਪੁਲਿਸ ਵਾਲਿਆਂ ਦੀਆਂ ਰਜਾਈਆਂ ਦੇ ਸ਼ਾਟ ਤੇ ਚਾਦਰਾਂ ਵਿੱਚ ਪੈਸੇ ਬੰਨੇ ਤੇ ਟਰੱਕ ਵਿੱਚ ਰੱਖੇ। ਅਖੀਰ ਮੈਂ, ਭਲਵਾਨ, ਚਰਨਜੀਤ, ਮੰਜੂ ਤੇ ਪ੍ਰਧਾਨ ਟੋਇਟਾ ਟਰੰਕ ਜਿਸ 'ਚ ਨੋਟਾਂ ਦੀਆਂ ਬੋਰੀਆਂ ਸੀ, ਲੈ ਕੇ ਉੱਥੋਂ ਚੱਲ ਪਏ। ਬਾਕੀ ਸਿੰਘਾਂ ਨੇ ਪਹਿਲਾਂ ਹੀ ਬਣਾਈ ਸਕੀਮ ਅਨੁਸਾਰ ਅੱਧਾ ਘੰਟਾ ਬਾਅਦ ਬੈਂਕ ਵਿੱਚੋਂ ਬਾਹਰ ਆਉਣਾ ਸੀ, ਤਾਂ ਕਿ ਉਦੋਂ ਤੱਕ ਅਸੀਂ ਪੈਸੇ ਆਪਣੇ ਸੁਰੱਖਿਅਤ ਟਿਕਾਣੇ ਤੇ ਪਹੁੰਚਾ ਸਕੀਏ। ਅਸੀਂ ਜਿੱਥੇ ਵੀ ਪੈਸੇ ਖੜਨੋ ਸੀ, ਉਸ ਬਾਰੇ ਮੇਰੇ, ਭਲਵਾਨ ਤੇ ਚਰਨਜੀਤ ਤੋਂ ਇਲਾਵਾ ਕਿਸੇ ਨੂੰ ਪਤਾ ਨਹੀਂ ਸੀ। ਟਰੱਕ ਚਰਨਜੀਤ ਚਲਾ ਰਿਹਾ ਸੀ, ਬਾਕੀ ਅਸੀਂ ਉਸ ਦੇ ਨਾਲ ਅੱਗੇ ਬੈਠੇ ਸੀ। ਇੱਕ ਸਿੰਘ ਟਰੱਕ ਦੇ ਪਿੱਛੇ ਬੋਰੀਆਂ ਕੋਲ ਖੜਾ ਸੀ। ਟਰੱਕ ਵਿੱਚ ਹੀ ਭਲਵਾਨ ਨੇ ਪੁਲਿਸ ਦੀ ਵਰਦੀ ਉਤਾਰ ਕੋ ਸਿਵਲ ਕੱਪੜੇ ਪਾਏ। ਬੈਂਕ ਤੋਂ 5 ਕਿਲੋਮੀਟਰ ਦੂਰ ਜੀ.ਟੀ. ਰੋਡ ਤੇ ਮਹੇਸ਼ਿੰਦਰ ਸਿੰਘ ਮੇਲੀ ਵੱਡਾ ਟਰੱਕ ਲੈ ਕੇ ਖੜਾ ਸੀ। ਮੇਸ਼ੀ ਕੋਲ ਪਹੁੰਚ ਕੇ ਸੜਕ ਤੋਂ ਥੋੜੀ ਦੂਰ ਪੈਸਿਆਂ ਵਾਲਾ ਟਰੱਕ ਤੇ ਵੱਡਾ ਟਰੱਕ ਬਿਲਕੁਲ ਨਾਲ ਖੜਾ ਕਰਕੇ ਟਰੱਕ ਵਿੱਚ ਛੇਤੀ ਪੈਸੇ ਰੱਖੋ। ਟੋਇਟਾ ਟਰੱਕ ਪ੍ਰਧਾਨ ਤੇ ਮੈਸੀ ਨੂੰ ਦੇ ਦਿੱਤਾ ਤੇ ਕਿਹਾ ਕਿ ਇਸ ਟਰੱਕ ਨੂੰ ਸ਼ਹਿਰ ਦੇ ਦੂਸਰੇ ਪਾਸੇ ਛੱਡ ਆਓ। ਜਿਸ ਸਾਈਡ ਅਸੀਂ ਜਾਣਾ ਸੀ, ਉਸ ਤੋਂ ਦੂਸਰੀ ਸਾਈਡ ਛੱਡਣ ਲਈ ਕਿਹਾ ਤਾਂ ਕਿ ਪੁਲਿਸ ਸਾਨੂੰ ਦੂਸਰੀ ਸਾਈਡ ਵੱਲ ਹੀ ਲੱਭਦੀ ਰਹੇ ਤੇ ਵੱਡਾ ਟਰੱਕ ਜਿਸ ਵਿੱਚ ਹੁਣ ਪੈਸੇ ਰੱਖੇ ਸਨ, ਉਸ ਨੂੰ ਮੈਂ, ਚਰਨਜੀਤ, ਭਲਵਾਨ ਤੇ ਮੰਜੂ ਲੈ ਕੇ ਚੱਲ ਪਏ। ਉਸ ਬਾਰੇ ਮੇਸ਼ੀ ਤੇ ਪ੍ਰਧਾਨ ਨੂੰ ਵੀ ਪਤਾ ਨਹੀਂ ਸੀ ਕਿ ਅਸੀਂ ਕਿੱਧਰ ਜਾ ਰਹੇ ਹਾਂ। ਬਾਕੀ ਜੋ ਸਿੰਘ ਬੈਂਕ ਵਿੱਚ ਸਨ, ਉਨ੍ਹਾਂ ਨੇ ਸਾਡੇ ਜਾਣ ਤੋਂ ਅੱਧੇ ਘੰਟੇ ਬਾਅਦ ਬੈਂਕ ਦੇ ਸਾਰੇ ਮੁਲਾਜ਼ਮਾਂ ਤੇ ਗਾਰਦ ਨੂੰ ਬੈਂਕ 'ਚ ਬੰਦ ਕਰ ਦਿੱਤਾ ਤੇ ਆਪਣੀ ਕਾਰ, ਸਕੂਟਰ, ਮੋਟਰਸਾਈਕਲ ਤੇ ਉੱਥੋਂ ਚੱਲ ਪਏ। ਲਾਭ ਸਿੰਘ ਵੀਰ ਹੋਰੀ ਵੀ ਮਰੂਤੀ ਵੈਨ ਤੇ ਉਨ੍ਹਾਂ ਦੇ ਪਿੱਛੇ ਚੱਲ ਪਏ। 2 ਕਿਲੋਮੀਟਰ ਦੂਰ ਇੱਕ ਸਿਨੇਮੇ ਕੋਲ ਇੱਕ ਸਿੰਘ ਹਰਜਿੰਦਰ ਸਿੰਘ ਕਾਲੀਆ ਖੜਾ ਸੀ। ਉਸ ਨੂੰ ਪੁਲਿਸ ਦੀ ਵਰਦੀ ਵਾਲੇ ਸਿੰਘਾਂ ਨੇ ਕਾਰ ਦੇ ਦਿੱਤੀ ਤੇ ਆਪ ਛਿੰਦੂ ਵੀਰ ਹੋਰਾਂ ਵਾਲੀ ਮਰੂਤੀ ਵੈਨ ਵਿੱਚ ਚੜ੍ਹ ਗਏ। ਛਿੰਦੂ ਵੀਰ ਤੇ ਲਾਭ ਸਿੰਘ ਥੋੜੀ ਦੂਰ ਅੱਗੇ ਉਤਰ ਕੇ ਬੱਸ ਤੇ ਚੜ੍ਹ ਕੇ ਸ਼ਹਿਰੋਂ ਨਿਕਲ ਗਏ। ਮਥਰਾ ਸਿੰਘ ਚੌਂਕ ਤੋਂ ਹੀ ਲਾਗਲੇ ਸਟੈਂਡ ਤੋਂ ਬੱਸ ਤੇ ਚੜ੍ਹ ਕੇ ਅੰਮ੍ਰਿਤਸਰ ਚਲਾ ਗਿਆ ਸੀ। ਬਾਵਾ ਵੀਰ ਬਾਕੀ ਦੇ ਸਿੰਘਾਂ ਨੂੰ ਗਲੀਆਂ ਰਾਹੀਂ ਲਿਜਾ ਰਿਹਾ ਸੀ। ਵੈਨ ਦੇ ਵਿੱਚ ਹੀ ਸਿੰਘਾਂ ਨੇ ਵਰਦੀਆਂ ਬਦਲ ਕੇ ਸਿਵਲ ਕੱਪੜੇ ਪਹਿਨ ਲਏ ਸਨ। ਇੱਕ ਕਰਕੇ ਸਾਰੇ ਉਤਰ ਕੇ ਸ਼ਹਿਰ ਛੱਡ ਗਏ। ਬਾਵੇ ਨੇ ਮਰੂਤੀ ਵੈਨ ਫੀਲਡਗੰਜ ਵਾਲੇ ਪੁਲ ਦੇ ਹੇਠਾਂ ਲਾ ਦਿੱਤੀ ਤੇ ਉੱਤੇ ਤਰਪਾਲ ਪਾ ਦਿੱਤੀ। ਵਨ ਵਿੱਚ ਕਾਫੀ ਹਥਿਆਰ ਸਨ, ਪਰ ਤਰਪਾਲ ਉੱਪਰ ਪਾਈ ਕਰਕੇ ਦਿਖਦੇ ਨਹੀਂ ਸਨ। ਅਸੀਂ ਪੈਸਿਆਂ ਦਾ ਟਰੱਕ ਲੈ ਕੇ ਲੁਧਿਆਣੇ ਆਪਣੇ ਇੱਕ ਫੈਕਟਰੀ ਵਾਲੇ ਵਾਕਫ ਕੋਲ ਚਲੇ ਗਏ। ਉਸ ਨੂੰ ਉਸ ਸਮੇਂ ਹੀ ਦੱਸਿਆ ਕਿ ਅਸੀਂ ਕੁਝ ਗਲਤ ਸਮਾਨ ਟਰੱਕ ਵਿੱਚ ਰੱਖਿਆ ਹੈ, ਕੁਝ ਫੈਕਟਰੀ ਦਾ ਸਮਾਨ ਇਸ ਉੱਪਰ ਰੱਖ ਕੇ ਇਹ ਸਮਾਨ ਹੇਠਾਂ ਲੁਕਾਉਣਾ ਹੈ। ਉਸ ਨੇ ਕਿਹਾ, ਠੀਕ ਹੈ, ਮੈਂ ਰਖਾ ਦਿੰਦਾ ਹਾਂ। ਅਸੀਂ ਕਿਹਾ, ਅਸੀਂ ਆਪ ਹੀ ਸਮਾਨ ਰੱਖ ਲਵਾਂਗੇ। ਉਹਨੇ ਚਿਰ ਨੂੰ ਅਚਾਨਕ ਇੱਕ CRP ਦਾ ਟੈਂਪੂ ਆ ਕੇ ਕੋਲ ਖਲੋ ਗਿਆ ਤੇ ਛੇਤੀ CRP ਵਾਲੋਂ ਉਸ ਵਿੱਚੋਂ ਉਤਰਨ ਲੱਗੇ। ਅਸੀਂ ਦਬ ਟਰੱਕ ਵਿੱਚ ਚੜ੍ਹ ਕੇ ਟਰੱਕ ਭਜਾ ਲਿਆ। ਅਸੀਂ ਸੋਚ ਲਿਆ ਸੀ ਕਿ CRP ਨੂੰ ਪਤਾ ਲੱਗ ਗਿਆ ਹੈ, ਹੁਣ ਬਚਣਾ ਮੁਸ਼ਕਲ ਹੈ। ਅਸੀਂ ਸਮਝਦੇ ਸੀ ਕਿ ਸ਼ਾਇਦ ਵਾਇਰਲੈਸ ਤੇ ਖਬਰ ਪਹੁੰਚ ਗਈ ਹੋਵੇ। ਅਸੀਂ ਟਰੱਕ ਦੇ ਵਿੱਚ ਹਥਿਆਰਾਂ ਨੂੰ ਬੋਲਟ ਮਾਰ ਲਏ ਸਨ ਤੇ ਨਾਲੇ ਵਾਹਿਗੁਰੂ ਦਾ ਜਾਪ ਕਰਨ ਲੱਗ ਪਏ ਕਿ ਵਾਹਿਗੁਰੂ ਪੈਸੇ ਬਚਾ ਦੇ, ਕਿਉਂਕਿ ਸਿੰਘਾਂ ਨੇ ਇੰਨੀ ਮਿਹਨਤ ਕੀਤੀ, ਬੇਅਰਥ ਨਾ ਜਾਵੇ। ਅਸੀਂ ਉਸ ਫੈਕਟਰੀ ਤੋਂ ਸਾਈਕਲਾਂ ਦੇ ਰਿਮ ਪੈਸਿਆਂ ਉੱਪਰ ਰੱਖ ਕੇ ਪੈਸੇ ਢੱਕ ਕੇ ਕਿਸੇ ਸੜਕ ਤੇ ਟਰੱਕ ਦੇ ਟਾਇਰ ਉਤਾਰ ਕੇ 3 ਤੋਂ 4 ਦਿਨ ਸਖਤੀ ਦੇ ਕੱਢ ਲੈਣੇ ਸਨ। ਹੁਣ ਅਸੀਂ ਟਰੱਕ ਚੰਡੀਗੜ੍ਹ ਰੋਡ ਤੇ ਪਾ ਕੇ ਚੱਲ ਪਏ। ਚੰਡੀਗੜ੍ਹ ਰੋਡ ਤੇ CRP ਦਾ ਨਾਕਾ ਸੀ। ਉਹ ਹਰ ਗੱਡੀ ਨੂੰ ਰੋਕਦੇ ਸੀ। ਮੁਸ਼ਕਲ ਇਹ ਸੀ ਕਿ ਅਸੀਂ ਵਾਪਸ ਵੀ ਨਹੀਂ ਮੁੜ ਸਕਦੇ ਸੀ। ਅਸੀਂ ਹਥਿਆਰ ਹੱਥਾਂ ਵਿੱਚ ਫੜ ਲਏ ਕਿ ਜੇਕਰ CRP ਨੇ ਰੋਕਿਆ ਤਾਂ ਗੋਲੀ ਚਲਾ ਕੇ ਨਿਕਲਣ ਦੀ ਕੋਸ਼ਿਸ਼ ਕਰਾਂਗੇ, ਪਰ ਉਹਨਾਂ ਨੇ ਸਾਨੂੰ ਰੋਕਿਆ ਹੀ ਨਹੀਂ। ਫਿਰ ਅਸੀਂ ਮਾਛੀਵਾੜੇ ਵਾਲੀ ਰੋਡ ਤੇ ਚਲੇ ਗਏ। ਅਸੀਂ ਸੋਚਿਆ ਕਿ ਕਿਸੇ ਕਿਸਾਨ ਤੋਂ ਗੰਨਾ ਲੈ ਕੇ ਪੈਸੇ ਚੱਕ ਦੇਵਾਂਗੇ, ਪਰ ਇਸ ਤੋਂ ਪਹਿਲਾਂ ਹੀ ਸਾਨੂੰ ਇੱਟਾਂ ਦਾ ਇੱਕ ਭੱਠਾ ਦਿਸਿਆ ਤੇ ਅਸੀਂ ਸਕੀਮ ਬਣਾ ਲਈ। ਹੁਣ ਅਸੀਂ ਇੱਟਾਂ ਦੇ ਭੱਠੇ ਤੋਂ ਇੱਟਾਂ ਲੱਦੀਆਂ। ਅਸੀਂ ਆਪ ਹੀ ਟਰੱਕ ਤੇ ਇੱਟਾਂ ਰੱਖਣ ਲੱਗ ਪਏ। ਲੇਬਰ ਨੂੰ ਅਸੀਂ ਇੱਟਾਂ ਇਸ ਕਰਕੇ ਨਾ ਰੱਖਣ ਦਿੱਤੀਆਂ ਕਿਉਂਕਿ ਬੋਰੀਆਂ ਵਿੱਚੋਂ ਪੈਸੇ ਖਿੱਲਰੇ ਪਏ ਸਨ। ਅਸੀਂ ਛੋਟਿਆਂ ਨਾਲ ਪੈਸੇ ਢੱਕੇ ਸਨ। ਭਲਵਾਨ, ਮੰਜੂ ਤੇ ਚਰਨਜੀਤ ਟਰੱਕ ਤੇ ਇੱਟਾਂ ਰੱਖਣ ਲੱਗ ਪਏ। ਚਰਨਜੀਤ ਵੀਰ ਹੋਰਾਂ ਦੇ ਕੱਪੜੇ ਚੰਗੇ ਹੋਣ ਕਰਕੇ ਤੇ ਪੜ੍ਹੇ ਲਿਖੇ ਲੰਘਣ ਕਰਕੇ ਇੱਕ ਹੋਰ ਟਰੱਕ ਵਾਲਾ ਜਿਸ ਦੇ ਟਰੱਕ ਵਿੱਚ ਵੀ ਇੱਟਾਂ ਰੱਖੀਆਂ ਜਾ ਰਹੀਆਂ ਸਨ, ਉਸ ਨੇ ਮੈਨੂੰ ਆਵਾਜ਼ ਮਾਰੀ ਤੇ ਮੈਨੂੰ ਪੁੱਛਿਆ, ਤੁਹਾਡਾ ਟਰੱਕ ਕਿਸ ਯੂਨੀਅਨ ਵਿੱਚ ਹੈ?
ਇਸ ਸਵਾਲ ਦਾ ਸਾਹਮਣਾ ਅਚਾਨਕ ਹੀ ਕਰਨਾ ਪਿਆ, ਪਰ ਫਿਰ ਵੀ ਮੈਂ ਉਸ ਤਰ੍ਹਾਂ ਹੀ ਹੁਸ਼ਿਆਰਪੁਰ ਦੀ ਇੱਕ ਟਰੱਕ ਯੂਨੀਅਨ ਦਾ ਨਾਂ ਲੈ ਦਿੱਤਾ। ਉਸ ਨੂੰ ਸਾਡੇ ਤੇ ਸ਼ੱਕ ਹੋ ਗਿਆ। ਉਹ ਟਰੱਕ ਵਾਲਾ ਬਹਾਨੇ ਨਾਲ ਆਪਣੇ ਟਰੱਕ ਦੀ ਛੱਤ ਤੇ ਚੜ੍ਹ ਗਿਆ ਤੇ ਇਸ ਤਰ੍ਹਾਂ ਉਸਨੇ ਸਾਡੇ ਟਰੱਕ ਵਿੱਚ ਇੱਟਾਂ ਦੇ ਥੱਲੇ ਬੋਰੀਆਂ ਲੁਕਾਉਂਦਿਆਂ ਸਾਨੂੰ ਵੇਖ ਲਿਆ। ਇਹ ਵੇਖਣ ਪਿੱਛੋਂ ਉਹ ਮੇਰੇ ਵੱਲ ਵੇਖ ਕੇ ਹੱਸਣ ਲੱਗ ਪਿਆ। ਮੈਂ ਵੀ ਕੱਚਾ ਜਿਹਾ ਹੱਸ ਪਿਆ। ਚਰਨਜੀਤ ਸਿੰਘ ਵੀਰ ਵੀ ਇਹ ਸਭ ਕੁਝ ਵੇਖ ਕੇ ਸਾਡੇ ਕੋਲ ਆ ਗਿਆ। ਟਰੱਕ ਵਾਲਾ ਮੈਨੂੰ ਕਹਿੰਦਾ, ਤੁਸੀਂ ਆਪ ਕਿਉਂ ਟਰੱਕ ਤੇ ਇੱਟਾਂ ਲੱਦ ਰਹੇ ਹੋ? ਮੈਂ ਆਖਿਆ, ਅਸੀਂ ਤਾਂ ਹੁਸ਼ਿਆਰਪੁਰ ਤੋਂ ਇੱਥੇ ਭੈਣ ਕੋਲ ਆਏ ਸੀ। ਅਸੀਂ ਸੋਚਿਆ ਕਿ ਭੈਣ ਦੇ ਘਰ ਇੱਟਾਂ ਹੀ ਸੁੱਟ ਜਾਈਏ, ਕਿਉਂਕਿ ਉਹ ਆਪਣੇ ਘਰ ਦੇ ਗੱਡੇ ਤੇ ਹੀ ਇੱਟਾਂ ਢੋ ਰਹੇ ਸੀ। ਅਸੀਂ ਸੋਚਿਆ ਕਿ ਆਪ ਹੀ ਟਰੱਕ ਤੇ ਇੱਟਾਂ ਰੱਖ ਲੈਂਦੇ ਹਾਂ, ਭੈਣ ਦਾ ਖਰਚਾ ਬਚ ਜਾਵੇਗਾ। ਉਸਨੇ ਹੱਸਦੇ ਨੇ ਕਿਹਾ, ਮੈਨੂੰ ਸਭ ਪਤਾ ਹੈ ਜੋ ਤੁਸਾਂ ਲੋਕਾਂ ਨੇ ਟਰੱਕ ਵਿੱਚ ਰੱਖਿਆ। ਮੈਂ ਤੇ ਚਰਨਜੀਤ ਨੇ ਅੰਦਾਜ਼ਾ ਲਾਇਆ ਕਿ ਸ਼ਾਇਦ ਇਸ ਨੂੰ ਪਤਾ ਲੱਗ ਗਿਆ ਹੈ, ਇਸ ਕਰਕੇ ਹੁਣ ਇਸ ਨੂੰ ਨਾਲ ਹੀ ਹਥਿਆਰ ਲਾ ਕੇ ਰੱਖਣਾ ਪਵੇਗਾ। ਇਸ ਦੀ ਵੀ ਮੌਤ ਆਈ ਹੈ। ਮੈਂ ਹਾਸੇ ਵਿੱਚ ਗੱਲ ਪਾ ਕੇ ਉਸ ਨੂੰ ਪੁੱਛਿਆ, ਭਲਾ ਦੱਸ ਕੀ ਰੱਖਿਆ ਹੈ? ਉਹ ਕਹਿੰਦਾ, ਡੋਡੇ ਨੇ। ਭਾਈ, ਸਾਡੇ ਲਈ ਉਸ ਦਾ ਇਹ ਜਵਾਬ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ ਉਲਟ ਪੁੱਠਾ ਕੌਮਾਂ ਵਾਲੀ ਗੱਲ ਸੀ। ਫਿਰ ਮੈਂ ਥੋੜਾ ਜਿਹਾ ਹੱਸ ਕੇ ਕਿਹਾ, ਤੈਨੂੰ ਵੀ ਪਤਾ ਹੈ ਯਾਰ ਕਿ ਟਰੱਕ ਦੇ ਕਾਰੋਬਾਰ ਵਿੱਚ ਤਾਂ ਕੁਝ ਬਚਦਾ ਨਹੀਂ, ਇਸ ਲਈ ਥੋੜਾ ਬਹੁਤਾ ਇਹੋ ਜਿਹਾ ਕੰਮ ਕਰਨਾ ਹੀ ਪੈਂਦਾ ਹੈ। ਗੱਲ ਖਤਮ ਕਰਕੇ ਅਸੀਂ ਟਰੱਕ ਵਾਲੇ ਤੇ ਨਜ਼ਰ ਰੱਖੀ, ਪਰ ਅਸੀਂ ਅੰਦਾਜ਼ਾ ਲਾ ਲਿਆ ਕਿ ਟਰੱਕ ਵਾਲਾ ਡੋਡੇ ਹੀ ਸਮਝਦਾ ਹੈ। ਅਸੀਂ ਛੇਤੀ ਉੱਥੋਂ ਟਰੱਕ ਤੇ ਇੱਟਾਂ ਰੱਖ ਕੇ ਪੈਸੇ ਲੁਕਾ ਕੇ ਚੰਡੀਗੜ੍ਹ ਰੋਡ ਨੂੰ ਚੱਲ ਪਏ। ਮੇਰਾ ਇੱਕ ਵਾਕਫੀਅਤ ਠਾਹਰ ਵਾਲੇ ਦੀ ਚੰਡੀਗੜ੍ਹ ਰੋਡ ਤੇ ਸ਼ੈਲਰ ਬਹੁਤ ਵੱਡੀ ਕੋਠੀ ਤੇ ਗੋਦਾਮ ਸਨ। ਅਸੀਂ ਉਸ ਕੋਠੀ ਵਿੱਚ ਚਲੇ ਗਏ ਤੇ ਟਰੱਕ ਗੋਦਾਮਾਂ ਦੇ ਪਿੱਛੇ ਲਾ ਦਿੱਤਾ ਤੇ ਆਪਣੇ ਵਾਕਫੀਅਤ ਵਾਲੇ ਨੂੰ ਸਾਰਾ ਹਾਲ ਦੱਸਿਆ। ਅਸੀਂ ਉਸ ਦੀ ਕੋਠੀ ਵਿੱਚ ਇਸ਼ਨਾਨ ਕਰ ਕੁੜਤੇ ਪਜਾਮੇ ਪਾਏ ਜੋ ਉਸਨੇ ਸਾਨੂੰ ਦਿੱਤੇ ਸਨ। ਪ੍ਰਸ਼ਾਦੇ ਛਕੇ। ਉਸਨੇ VCR ਲਾ ਦਿੱਤਾ ਤੇ ਅਸੀਂ ਵੇਖਣ ਲੱਗ ਪਏ। ਫਿਰ ਅਸੀਂ ਸਲਾਹ ਕਰਕੇ ਮੰਜੂ ਨੂੰ ਤੇ ਵਾਕਫੀਅਤ ਵਾਲੇ ਨੂੰ ਉਸ ਦੀ ਕਾਰ ਵਿੱਚ ਲੁਧਿਆਣੇ ਭੇਜਿਆ ਤਾਂ ਕਿ ਸਾਰੇ ਹਾਲਾਤ ਬਾਰੇ ਪਤਾ ਕਰ ਆਉਣ ਤੇ ਬਾਜੂ ਨੂੰ ਤੇ ਆਪਣੀ ਲੁਕਾਈ ਹੋਈ ਵੈਨ ਲੈ ਆਉਣ। ਮੰਜੂ ਉਸ ਠਾਹਰ ਵਾਲੇ ਨੂੰ ਹੋਟਲ ਵਿੱਚ ਬਿਠਾ ਕੇ ਬਾਬੇ ਨੂੰ ਉਸ ਕੋਲ ਲੈ ਆਇਆ ਅਤੇ ਬਾਕੀ ਸਾਰੇ ਟਿਕਾਣਿਆਂ ਤੇ ਪਤਾ ਕਰ ਆਇਆ। ਮੰਚ ਤੇ ਨਾਰ ਵਾਲਾ 2 ਘੰਟਿਆਂ ਵਿੱਚ ਸਾਰਾ ਪਤਾ ਕਰਕੇ ਆ ਗਏ। ਮੰਜੂ ਨੇ ਦੱਸਿਆ ਕਿ ਬੈਂਕ ਵਾਲਿਆਂ ਨੂੰ ਪੁਲਿਸ ਨਾਕਿਆਂ ਤੇ ਲੈ ਕੇ ਖੜੀ ਹੈ, ਪਰ ਮੈਨੂੰ ਉਹਨਾਂ ਪਛਾਣਿਆ ਨਹੀਂ। ਫਿਰ ਉਸ ਠਾਹਰ ਤੇ ਅਸੀਂ 50 ਲੱਖ ਰੁਪਏ ਰੱਖ ਦਿੱਤੇ। ਉੱਥੇ ਠਾਹਰ ਤੇ ਹੀ ਅਸੀਂ ਟੀਵੀ ਤੇ ਖਬਰਾਂ ਵਿੱਚ ਸੁਣਿਆ ਕਿ ਬੈਂਕ ਡਕੈਤੀ 5 ਕਰੋੜ 70 ਲੱਖ ਦੀ ਹੋਈ ਹੈ ਤੇ 10 ਕਰੋੜ ਬੈਂਕ ਵਿੱਚ ਰਹਿ ਗਿਆ ਸੀ, ਕਿਉਂਕਿ ਬੋਰੀਆਂ ਖਤਮ ਹੋ ਗਈਆਂ ਸਨ। ਫਿਰ ਅਸੀਂ ਉਸ ਠਾਹਰ ਤੋਂ 9 ਵਜੇ ਰਾਤ ਨੂੰ ਤੁਰ ਪਏ। ਬਹੁਤ ਨਾਕੇ ਲੱਗੇ ਸਨ, ਪਰ ਪੈਸੇ ਇੱਟਾਂ ਥੱਲੇ ਸਨ ਤੇ ਨਾਕੇ ਵਾਲਿਆਂ ਨੂੰ ਆਖ ਦਿੰਦੇ ਸੀ ਕਿ ਗੁਰਦੁਆਰੇ ਇੱਟਾਂ ਸੁੱਖੀਆਂ ਸਨ, ਚੜਾਉਣ ਚੱਲੇ ਹਾਂ। ਭਲਵਾਨ ਤੇ ਚਰਨਜੀਤ ਵੀਰ ਟਰੱਕ ਤੇ ਸਨ, ਮੈਂ ਤੇ ਬਾਵਾ ਮਰੂਤੀ ਵੈਨ ਤੇ। ਫਿਰ ਅਸੀਂ ਸਾਰੇ ਪੈਸੇ ਵੱਖਰੀਆਂ ਠਾਹਰਾਂ ਤੇ ਉਤਾਰ ਲਏ। ਪੁਲਿਸ ਸਮਝਦੀ ਸੀ ਕਿ ਪੈਸੇ ਅਜੇ ਲੁਧਿਆਣੇ ਵਿੱਚ ਹਨ, ਪਰ ਮੈਂ ਉਹ ਪੈਸੇ ਵੈਨ ਦੀਆਂ ਬਾਰੀਆਂ ਵਿੱਚ ਰੱਖ ਕੇ ਬਾਹਰੋਂ ਲਿਆ ਕੇ ਦੁਬਾਰਾ ਲੁਧਿਆਣੇ ਆਪਣੇ ਜਾਣ ਪਛਾਣ ਵਾਲਿਆਂ ਕੋਲ ਰੱਖ ਰਿਹਾ ਸੀ। ਜਿਨ੍ਹਾਂ ਵੀਰਾਂ ਨੇ ਬੈਂਕ ਡਕੈਤੀ ਕੀਤੀ, ਉਹਨਾਂ ਦੇ ਨਾਂ ਸ਼ਹੀਦ ਭਾਈ ਹਰਵਿੰਦਰ ਸਿੰਘ ਉਰਫ ਮਥਰਾ ਸਿੰਘ ਉਰਫ ਚਾਚਾ, ਭਾਈ ਗੁਰਸ਼ਰਨ ਸਿੰਘ ਗਾਮਾ ਭਲਵਾਨ, ਸ਼ਹੀਦ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਉਰਫ ਜਥੇਦਾਰ, ਸ਼ਹੀਦ ਭਾਈ ਰਾਜਵਿੰਦਰ ਸਿੰਘ ਰਾਜੀ, ਰਾਜਸਥਾਨ, ਸ਼ਹੀਦ ਭਾਈ ਅਜਮੇਰ ਸਿੰਘ ਪ੍ਰਧਾਨ, ਅੰਮ੍ਰਿਤਸਰ, ਸ਼ਹੀਦ ਭਾਈ ਗੁਰਮੀਤ ਸਿੰਘ ਟੋਨੀ, ਜਲੰਧਰ, ਸ਼ਹੀਦ ਭਾਈ ਗੁਰਦੇਵ ਸਿੰਘ ਸੱਤਿਆਵਾਲੀ, ਫਿਰੋਜ਼ਪੁਰ, ਸ਼ਹੀਦ ਜਨ ਲਾਭ ਸਿੰਘ ਉਰਫ ਭਾਈ ਸੁਖਦੇਵ ਸਿੰਘ ਸੁਖਾ, ਅੰਮ੍ਰਿਤਸਰ, ਸ਼ਹੀਦ ਬਾਪੂ ਮਲਕੀਤ ਸਿੰਘ, ਰਾਜਸਥਾਨ, ਭਾਈ ਦਲਜੀਤ ਸਿੰਘ ਬਿੱਟੂ ਉਰਫ ਸਤੀਸ਼, ਲੁਧਿਆਣਾ, ਸ਼ਹੀਦ ਭਾਈ ਸੁਖਵਿੰਦਰ ਸਿੰਘ ਬਿੰਦੂ ਉਰਫ ਸ਼ਰਮਾ, ਅੰਮ੍ਰਿਤਸਰ, ਭਾਈ ਬਲਬੀਰ ਸਿੰਘ ਫੌਜੀ, ਸ਼ਹੀਦ ਭਾਈ ਮਨਜੀਤ ਸਿੰਘ ਮੰਜੂ, ਅੰਮ੍ਰਿਤਸਰ, ਸ਼ਹੀਦ ਭਾਈ ਸਤਨਾਮ ਸਿੰਘ ਬਾਵਾ, ਅੰਮ੍ਰਿਤਸਰ, ਭਾਈ ਨਵਜੋਤ ਸਿੰਘ ਰਾਜੂ, ਲੁਧਿਆਣਾ, ਭਾਈ ਮਹੇਸ਼ਿੰਦਰ ਸਿੰਘ ਜੋ ਟਰੱਕ ਲੈ ਕੇ ਖੜਾ ਸੀ ਉਰਫ ਮੇਸ਼ੀ, ਸ਼ਾਇਦ ਲੁਧਿਆਣਾ, ਭਾਈ ਹਰਜਿੰਦਰ ਸਿੰਘ ਕਾਲੀਆ ਜੋ ਕਾਰ ਲੈ ਕੇ 2 ਕਿਲੋਮੀਟਰ ਤੇ ਖੜਾ ਸੀ, ਲੁਧਿਆਣਾ, ਭਾਈ ਜਸਪਾਲ ਸਿੰਘ ਉਰਫ ਬਾਬਾ, ਭਾਈ ਧੰਨਾ ਸਿੰਘ ਹੌਲਦਾਰ ਜਲੰਧਰੋਂ ਸਸਪੈਂਡ ਹੋਇਆ, ਲਿਬੈਰੋ ਕਾਂਡ ਵਿੱਚ ਵੀ DSP ਬਣਿਆ ਸੀ। ਆਪਣੀ ਆਜ਼ਾਦੀ ਲਈ ਲੜਨਾ ਅੱਤਵਾਦ ਨਹੀਂ ਹੁੰਦਾ, ਆਪਣੀ ਕਿਸਮਤ ਆਪ ਕਰਨਾ ਅੱਤਵਾਦ ਨਹੀਂ ਹੁੰਦਾ। ਅੱਤਵਾਦ ਹੁੰਦਾ ਹੈ ਬੇਗਾਨੇ ਹੱਕਾਂ ਤੇ ਲੁੱਟ ਮਚਾਉਣਾ ਤੇ ਆਜ਼ਾਦੀ ਦੀ ਹਰ ਰੀਝ ਗੋਲੀਆਂ ਬੰਬਾਂ ਨਾਲ ਦਬਾਉਣਾ।
ਹਕੀਕਤ ਦੀ ਧਰਾਤਲ ਵਿੱਚੋਂ ਆਓ ਅੱਤਵਾਦ ਦੇ ਅਰਥ ਪੜ੍ਹੀਏ ਤੇ ਫਿਰ ਇੱਕ ਫੈਸਲਾਕੁਨ ਜੰਗ ਅਸਲ ਅੱਤਵਾਦ ਵਿਰੁੱਧ ਲੜੀਏ। ਬਲਜੀਤ ਸਿੰਘ ਖਾਲਸਾ, ਭਾਈ ਹਰਜਿੰਦਰ ਸਿੰਘ ਜਿੰਦ। ਤਾਂ ਇਹ ਸੀ ਅੱਜ ਦਾ ਇਤਿਹਾਸ। ਜੇਕਰ ਵੀਡੀਓ ਵਿੱਚੋਂ ਚੰਗੀ ਅਤੇ ਨਵੀਂ ਜਾਣਕਾਰੀ ਪ੍ਰਾਪਤ ਹੋਈ ਹੋਵੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ। ਜੇਕਰ ਕਿਸੇ ਵੀਰ ਭਰਾ ਨੂੰ ਇਹ ਕਿਤਾਬ ਚਾਹੀਦੀ ਹੈ ਜਿਸ ਵਿੱਚੋਂ ਅਸੀਂ ਅੱਜ ਦਾ ਇਤਿਹਾਸ ਲਿਆ ਹੈ ਤਾਂ ਸਾਨੂੰ ਸਾਡੇ ਈਮੇਲ ਉੱਪਰ ਮੈਸੇਜ ਕੀਤਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।